ਸ੍ਰੀ ਵਾਹਿਗੁਰੂ ਜੀ। ਬਸਤਾ ਟੂਟੀ ਝੌਂਪੜੀ, ਚੀਰ ਸਭ ਛਿੰਨਾ। ਜਾਤ ਨਾ ਪਾਤਰੋ, ਜਾਤ ਨਾ ਪਾਤ ਨਾ ਆਦਰੋ, ਧਿਆਨ ਪਰਮਿੰਨਾ। ਮਿੱਤਰ ਨਾ ਇਠ ਧਨ, ਰੂਪਹੀਨ। ਕਿਸ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਦਰੇ, ਪ੍ਰਭ ਹੋਏ ਸੋ ਪ੍ਰਸੰਨਾ। ਕੋ ਹਰ ਸਮਾਨ ਨਹੀਂ ਰਾਜਾ, ਏ ਭੂਪਤ ਸਬਦ ਸਚਾਰ ਕੇ। ਝੂਠੇ ਕਰਤ ਦਿਵਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ 'ਚ ਕੁਝ ਨਾਮ ਆਉਂਦੇ ਨੇ। ਜਿਸ ਤਰ੍ਹਾਂ ਰਾਮਕਲੀ ਕੀ ਵਾਰ ਦੇ ਅੰਦਰ ਇੱਕ ਸਲੋਕ ਹੈ ਗੁਰੂ ਨਾਨਕ ਦੇਵ ਜੀ ਦਾ, ਜਿਹਦੇ ਵਿੱਚ ਉਹਨਾਂ ਨੇ ਬੜੇ ਨਾਂ ਲਿਖੇ ਨੇ ਕਿ ਸੰਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਕਰ ਆਇਆ। ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਨ ਵਿਛੜ ਗਿਆ। ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਬੜੇ ਨਾਮ ਨੇ, ਉਹਨਾਂ ਦੇ ਪਿੱਛੇ ਇਤਿਹਾਸ ਵਾ। ਜਿਹੜੇ ਨਾਂ ਬਾਣੀ 'ਚ ਆਉਂਦੇ ਆ ਨਾ, ਵੇ ਲਾਲੋ, ਇਤਿਹਾਸ ਵਾ ਉਹਨਾਂ ਦਾ। ਮਰਨ ਜਾਪੇ ਮੂਲੇ ਆਵੇ, ਕਿਤੇ ਥਾਏ। ਮੂਲੇ ਦਾ ਜਿਗਰ ਹੈ। ਉਸੇ ਤਰ੍ਹਾਂ ਹੀ ਇੱਕ ਬਾਣੀ 'ਚ ਜਦੋਂ ਆਸਾ ਦੀ ਵਾਰ ਦਾ ਕੀਰਤਨ ਰਾਗੀ ਸਿੰਘ ਕਰਦੇ ਨੇ, ਤੇ ਉਹਦੇ 'ਚ ਇੱਕ ਜਿਹੜੀ ਧੁਨੀ ਲਿਖੀ ਗਈ ਆਸਾ ਦੀ, 9 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਤੇ ਜਿਹੜੀ ਆਸਾ ਰਾਗ ਦੇ ਅੰਦਰ ਧੁਨੀ ਲਿਖੀ ਗਈ ਆ, ਉਹਨਾਂ ਨੂੰ ਕਹਿੰਦੇ ਨੇ ਟੁੰਡੇ ਅਸ ਰਾਜੇ ਕੀ ਧੁਨੀ। ਇੱਕ ਟੁੰਡਾ ਰਾਜਾ ਹੋਇਆ ਜੀ, ਟੁੰਡਾ ਉਸ ਨੂੰ ਕਹਿੰਦੇ ਨੇ ਜਿਹਦੇ ਹੱਥ ਨਾ ਹੋਣ। ਜਿਹਦੇ ਨੇਤਰ ਨਾ ਹੋਣ ਉਹਨੂੰ ਅੰਨਾ ਕਹਿੰਦੇ ਨੇ, ਜਿਹਦੇ ਹੱਥ ਨਾ ਉਹਨੂੰ ਟੁੰਡਾ ਕਹਿੰਦੇ ਨੇ। ਰੋਲਾ ਟੁੰਡਾ ਪਿੰਗਲਾ ਕਹਿ ਗੱਲ ਲੱਗੇ ਧਾਏ, ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤਾ। ਤੇ ਟੁੰਡੇ ਅਸ ਰਾਜੇ ਕੀ ਧੁਨੀ, ਉਹ ਜਿਹੜੀ ਆਸਾ ਦੀ ਵਾਰ ਵਾ, ਉਹ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਵੀ ਉਹ ਟੁੰਡੇ ਅਸ ਰਾਜੇ ਦੀ ਧੁਨੀ ਆ, ਜਿਹੜੀ ਉੱਥੇ ਗਾਉਣੀ ਆ। 9 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ।
ਅੱਜ ਸਾਡਾ ਵਿਸ਼ਾ ਜਿਹੜਾ ਹੈ ਕਿ ਰਾਜ ਕਿਸ ਨੂੰ ਮਿਲਦਾ ਹੈ, ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਣ ਸਭ ਮੀਤਾ। ਕਿਉਂਕਿ ਅੱਜ ਕੱਲ ਹੁਣ ਮਾਹੌਲ ਜਿਹੜਾ ਗਰਮਾਇਆ ਹੋਇਆ ਵੋਟਾਂ ਬਾਟਾਂ ਦਾ, ਤੇ ਰਾਜਿਆਂ ਨੇ ਰਾਜ ਪ੍ਰਾਪਤ ਕਰਨੇ ਨੇ। ਤੇ ਰਾਜ ਕਿਸ ਨੂੰ ਮਿਲਦਾ ਤੇ ਰਾਜ ਕਿਵੇਂ ਮਿਲਦਾ ਹੈ, ਇਹ ਸਾਡੇ ਦੋ ਵਿਸ਼ੇ ਨੇ। ਰਾਜ ਕਿਸ ਨੂੰ ਮਿਲਦਾ ਹੈ ਤੇ ਰਾਜ ਕਿਵੇਂ ਮਿਲਦਾ ਹੈ। ਜਦੋਂ ਭਗਤ ਧਰੂ ਨੂੰ ਮਤਰੇਈ ਨੇ ਉਹਦੇ ਰਾਜੇ ਦੀ ਆਪਣੇ ਪਿਓ ਦੀ ਗੋਦ ਵਿੱਚੋਂ ਚੁੱਕ ਕੇ ਪਰਾਂ ਸੁੱਟ ਦਿੱਤਾ, ਤੇ ਧਰੂ ਆਪਣੀ ਮਾਂ ਨੂੰ ਪੁੱਛਦਾ ਵੀ ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਣ ਸਭ ਮੀਤਾ। ਬੱਚਾ ਹੈ, ਉਹ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮੈਨੂੰ ਰਾਜ ਕਿਵੇਂ ਮਿਲੇ। ਮਾਂ ਬੜੀ ਸਿਆਣੀ ਸੀ, ਤੇ ਮਾਂ ਨੇ ਇਹ ਨਹੀਂ ਆਖਿਆ ਕਿ ਪਿਓ ਦੀ ਆਸ਼ੀਰਵਾਦ ਲਾ, ਪਿਓ ਦੇ ਚਰਨੀ ਲੱਗ ਜਾ, ਪਿਓ ਦੀ ਆਗਿਆ ਮੰਨ। ਮਾਂ ਬੜੀ ਸੁਗੜ ਸੀ, ਉਹਨੇ ਆਖਿਆ ਰਾਜ ਕਿਵੇਂ ਮਿਲਦਾ ਹੈ। ਤੇ ਮਾਂ ਕਹਿਣ ਲੱਗੀ ਪਰਮੇਸ਼ਰ ਆਰਾਧੀਐ, ਜਿਦੋਂ ਹੋਈਏ ਪਤਤ ਪਨੀਤਾ। ਜੇ ਤੂੰ ਰਾਜ ਪ੍ਰਾਪਤ ਕਰਨਾ ਚਾਹੁੰਦਾ ਹੈ, ਜੇ ਤੂੰ ਰਾਜ ਚਾਹੁੰਦਾ ਹੈ, ਤੇ ਰੱਬ ਦੀ ਬੰਦਗੀ ਕਰ। ਫਿਰ ਇੱਕ ਤੇ ਇਹ ਜਿੱਦਾਂ ਇੱਕ ਸਿਆਣੇ ਗੱਲ ਨਹੀਂ ਕਰਦੇ ਹੁੰਦੇ ਕਿ ਤਪੋ ਰਾਜ ਤੇ ਰਾਜੋ ਨਰਕ, ਇੱਕ ਆਮ ਕਹਾਣੀ ਹੈ। ਇਹ ਲੋਕ ਗਾਥਾ ਵਾ, ਬਾਣੀ ਨਹੀਂ ਹੈ। ਇਸ ਨੂੰ ਬਾਣੀ ਇਸ ਤਰ੍ਹਾਂ ਮੰਨਦੀ ਆ ਕਿ ਦਾਨੰ ਪਰਾਪੂਰਬੀਨ। ਰਾਜਾ ਕੌਣ ਬਣਦਾ ਹੈ? ਰਾਜੇ ਵੋਟਾਂ ਨਾਲ ਨਹੀਂ ਬਣਦੇ। ਅੱਜ ਕੱਲ ਤੇ ਚਲੋ ਹੁਣ ਵੋਟਾਂ ਨਾਲ ਬਣਦੇ ਨੇ, ਤੇ ਪਹਿਲੋਂ ਰਾਜੇ ਕਿਵੇਂ ਬਣਦੇ ਸਨ? ਤੇ ਬਾਣੀ ਕਹਿੰਦੀ ਦਾਨੰ ਪਰਾਪੂਰਬੀਨ ਪਹੁੰਚੰਤੇ ਮਹੀਪਤੇ। ਜਿੰਨੇ ਕੋ ਦਾਨ ਦਿੱਤਾ ਹੋਵੇ ਨਾ, ਤੇ ਉਹਨੂੰ ਰਾਜ ਮਿਲਦਾ ਹੈ। ਵੋਟਾਂ ਨਾਲ ਰਾਜ ਨਹੀਂ ਮਿਲਦਾ। ਜੇ ਵੋਟਾਂ ਨਾਲ ਰਾਜ ਮਿਲਦਾ ਤੇ ਫਿਰ ਸਾਰੇ ਰਾਜੇ ਬਣ ਜਾਣ, ਫਿਰ ਸਾਰੇ ਵੋਟਾਂ 'ਚ ਖਲੋ ਜਾਣ। ਜੇ ਰਾਜ ਵੋਟਾਂ ਨਾਲ ਮਿਲਦਾ ਹੋਵੇ ਤੇ ਸਾਰੇ ਉਮੀਦਵਾਰ ਆਪਾਂ ਖਲੋ ਜਾਈਏ ਤੇ ਆਪਾਂ ਸਾਰੇ ਰਾਜੇ ਬਣ ਜਾਈਏ। ਨਹੀਂ, ਗੁਰੂ ਕੀ ਬਾਣੀ ਕਹਿੰਦੀ ਹੈ ਕਿ ਦਾਨੰ ਪਰਾਪੂਰਬੀਨ, ਜਿਨ੍ਹਾਂ ਨੇ ਦਾਨ ਦਿੱਤਾ ਹੋਇਆ ਆਪਣੀ ਕਿਰਤ ਕਮਾਈ ਵਿੱਚੋਂ। ਦਾਨੰ ਪਰਾਪੂਰਬੀਨ ਪਚੰਤੇ ਮਹੀਪਤੇ, ਉਹਨਾਂ ਨੂੰ ਧਰਤੀ ਤੇ ਰਾਜ ਮਿਲਦਾ ਜਿਨ੍ਹਾਂ ਨੇ ਦਾਨ ਕੀਤਾ ਹੈ। ਮੈਂ ਕਹਿ ਰਿਹਾ ਸੀ ਕਿ ਲੋਕ ਗਾਥਾ ਹੈ ਕਿ ਤਪੋ ਰਾਜ ਤੇ ਰਾਜੋ ਨਰਕ, ਇਹ ਲੋਕ ਗਾਥਾ। ਤੇ ਬਾਣੀ ਵੀ ਥੋੜਾ ਜਿਹਾ ਇਸ਼ਾਰਾ ਇਸ ਕੰਮ ਇਹ ਗੱਲ ਦਾ ਕਰਦੀ ਹੈ। ਪਚੰਤੇ ਮਹੀਪਤੇ ਬੇਪ੍ਰੀਤ ਬੁੱਧਿੰ ਮਾਰਤ ਲੋਕੇ। ਜਦੋਂ ਸ਼ਕਤੀ ਮਿਲਣੀ ਹੈ ਨਾ, ਤੇ ਸ਼ਕਤੀ ਸਾਰਿਆਂ ਕੋ ਸਾਂਭੀ ਨਹੀਂ ਜਾਂਦੀ। ਕੋਈ ਬਹੁਤ ਧੀਰਜਵਾਨ ਵਿਅਕਤੀ ਸ਼ਕਤੀ ਨੂੰ ਜਰ ਸਕਦਾ ਹੈ, ਤੇ ਜਿਹਨੂੰ ਮਾੜੀ ਜੀ ਕੋਈ ਸ਼ਕਤੀ ਮਿਲ ਜਾਂਦੀ ਫਿਰ ਉਹ ਦੁਰਵਰਤੋਂ ਕਰਦਾ ਹੈ। ਬੁੱਧਿੰ ਬੇਪ੍ਰੀਤ ਮਾਰਤ ਲੋਕੇ, ਸ਼ਕਤੀ ਨਾਲ ਮਾਇਆ ਆਉਣੀ ਆ, ਪੈਸਾ ਆਉਣਾ ਵਾ, ਤਾਕਤ ਆਉਣੀ ਹੈ, ਤੇ ਜਦੋਂ ਪੈਸਾ ਵੱਧ ਆ ਜੇ ਤੇ ਫਿਰ ਮੱਤ ਮਾਰੀ ਜਾਂਦੀ ਹੈ। ਢੱਡਰੀਆਂ ਵਾਲੇ ਦੀ ਕਿਉਂ ਮੱਤ ਮਾਰੀ ਗਈ? ਪੈਸਾ ਹੀ ਇੰਨਾ ਆ ਗਿਆ, ਮੱਤ ਮਾਰੀ ਗਈ। ਉਮਰ ਨਿਆਣੀ ਸੀ, ਉਹ ਸਮਝ ਨਹੀਂ ਸਕਿਆ ਗੱਲ ਨੂੰ।
ਇਸ ਤੋਂ ਪਹਿਲਾਂ ਵੀ ਸਿੱਖ ਕੌਮ ਦੇ ਬੜੇ ਬੜੇ ਨਾਮਵਰ ਵਿਦਵਾਨ ਜਿਹੜੇ ਸੀ ਉਹ ਨਾਸਤਕ ਹੋ ਗਏ ਸੀ। ਇਕੱਲਾ ਨਾਸਤਕ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਕਈ ਨਾਸਤਕ ਹੋ ਗਏ। ਬੜਾ ਪੜ੍ਹਿਆ ਲਿਖਿਆ ਸਮੇਂ ਦਾ ਪ੍ਰੋਫੈਸਰ ਗੰਗਾ ਸਿੰਘ ਨਾਸਤਕ ਹੋ ਗਿਆ। ਕੇਸਵ ਪੰਡਤ ਗੋਪਾਲ ਬੰਗਾਲ ਦਾ ਰਹਿਣ ਵਾਲਾ ਬਹੁਤ ਵੱਡਾ ਵਿਦਵਾਨ ਨਾਸਤਕ ਹੋ ਗਿਆ। ਤੇ ਮੁਸਲਮਾਨਾਂ 'ਚ ਜਿਹੜਾ ਮੁਹੰਮਦ ਇਕਬਾਲ ਹੈ ਉਹ ਨਾਸਤਕ ਹੋ ਗਿਆ। ਉਹਨੇ ਆਖਿਆ ਹਮ ਜਾਨਤ ਹੈ ਜन्नत की हकीकत को, लेकिन जे मन बहलाने को ख्याल अच्छा है। एडा वड्डा वो आस्तिक सी, मुड़ के नास्तिक हो गया तो कहता मैं जानदा है हम जानत है जन्नत की हकीकत को, लेकिन जे मन बहलाने को ख्याल अच्छा है। ਇਹ ਐਵੇਂ ਕਿਹਾ ਗਿਆ ਸਵਰਗ ਹੁੰਦਾ, ਸਵਰਗ ਹੁੰਦਾ ਨਹੀਂ ਹੈ। ਹਮ ਜਾਣਤ ਹੈ, ਅਸੀਂ ਜਾਣਦੇ ਹਾਂ ਨਰਕਾਂ ਸਵਰਗਾਂ ਨੂੰ, ਲੇਕਿਨ ਇਹ ਮਨ ਬਹਿਲਾਨੇ ਕੋ ਖਿਆਲ ਅੱਛਾ ਹੈ। ਮੈਂ ਕਹਿ ਰਿਹਾ ਸੀ ਜਦੋਂ ਸ਼ਕਤੀ ਆਉਂਦੀ ਆ ਤੇ ਮੱਤ ਮਾਰੀ ਜਾਂਦੀ ਆ। ਇਹ ਕੋਈ ਬਹੁਤ ਧੀਰਜਵਾਨ ਵਿਅਕਤੀ ਹੀ ਸ਼ਕਤੀ ਨੂੰ ਜਰਦਾ ਹੈ। ਉੱਥੇ ਆਈਏ ਆਪਾਂ ਕਿ ਦਾਨ ਕਿਸ ਨੂੰ ਮਿਲਦਾ ਹੈ ਤੇ ਦਾਨ ਕਿਵੇਂ ਮਿਲਦਾ, ਰਾਜ ਕਿਸ ਨੂੰ ਮਿਲਦਾ ਹੈ ਤੇ ਰਾਜ ਕਿਵੇਂ ਮਿਲਦਾ ਹੈ। ਦੋ ਗੱਲਾਂ ਨੇ ਸਾਡੇ ਅੱਜ ਵਿਸ਼ਾ ਜਿਹੜਾ ਸਾਡਾ। ਮਾਰ ਕਹਿੰਦੇ ਦਾਨੰ ਪਰਾਪੂਰ ਬੀਨ ਪਚੰਤੇ ਮਹੀਪਤੇ ਬੁੱਧੰ ਬੇਪ੍ਰੀਤ ਮਾਰਤ ਲੋਕੇ, ਨਾਨਕ ਚਰਨ ਕਾਲ ਦੁਖ ਭੋਗਤੇ। ਰਾਜਿਆਂ ਦੀ ਬੁੱਧੀ ਭ੍ਰਸ਼ਟ ਹੋ ਜਾਂਦੀ। ਕਿਉਂ ਭ੍ਰਸ਼ਟ ਹੋ ਜਾਂਦੀ? ਸ਼ਕਤੀ ਆ ਜਾਂਦੀ, ਸ਼ਕਤੀ ਜਰੀ ਨਹੀਂ ਜਾਂਦੀ। ਕਿਸੇ ਗੁਬਾਰੇ ਦੇ ਅੰਦਰ ਹਵਾ ਵੱਧ ਭਰ ਦਿਓ ਤੇ ਗੁਬਾਰਾ ਫਟ ਜਾਂਦਾ ਹੈ। ਕਿਸੇ ਸਿਲੰਡਰ ਦੇ ਅੰਦਰ ਗੈਸ ਵੱਧ ਭਰ ਦਿਓ ਤੇ ਸਿਲੰਡਰ ਫਟ ਜਾਂਦਾ ਹੈ। ਬੰਦੇ ਦੀ ਪਾਇਆ ਥੋੜੀ ਆ ਤੇ ਸ਼ਕਤੀ ਬਹੁਤੀ ਮਿਲ ਜੇ ਤੇ ਬੰਦਾ ਆਫਰ ਜਾਂਦਾ ਹੈ, ਬੰਦਾ ਹੰਕਾਰੀ ਹੋ ਜਾਂਦਾ ਹੈ। ਉੱਥੇ ਆਓ ਮਹਾਰਾਜ ਨੇ ਜਿਹੜਾ ਲਿਖਿਆ ਨਾ ਕਿ ਟੁੰਡੇ ਅਸ ਰਾਜੇ ਕੀ ਧੁਨੀ। ਮੈਂ ਕਹਿੰਦਾ ਬਾਣੀ ਵਿੱਚ ਬੜੇ ਨਾਂ ਆਉਂਦੇ ਨੇ, ਉਹਨਾਂ 'ਚ ਇੱਕ ਅਸ ਰਾਜੇ ਦਾ ਨਾਮ ਹੀ ਆਉਂਦਾ ਹੈ। ਤੇ ਆਸਾ ਦੀ ਵਾਰ ਉਸੇ ਧੁਨੀ ਉੱਤੇ ਗਾਉਣੀ ਹੈ। ਇਹਦੇ ਭਾਗਾਂ ਦੇ ਵਿੱਚ ਪਰਮੇਸ਼ਰ ਨੇ ਰਾਜ ਲਿਖ ਦਿੱਤਾ। ਤੇ ਇੱਕ ਹੋਰ ਗੱਲ ਹੈ, ਰਾਜਿਆਂ ਦੇ ਘਰ ਰਾਜੇ ਜੰਮਦੇ ਹੁੰਦੇ ਨੇ, ਭਿਖਾਰੀਆਂ ਦੇ ਘਰ ਭਿਖਾਰੀ ਜੰਮਦੇ ਨੇ। ਮਸਤਕ ਭਾਗ ਰਾਜ ਕੋ ਲਿਖ ਦਿਓ ਵਿਧਾਤੇ, ਜਿਹਦੇ ਮੱਥੇ ਦੇ ਉੱਤੇ ਪਰਮੇਸ਼ਰ ਨੇ ਰਾਜ ਲਿਖ ਦਿੱਤਾ ਵੀ ਇਹ ਰਾਜਾ ਬਣੂਗਾ। ਤੇ ਦੁਨੀਆ ਦੀ ਕੋਈ ਪਾਵਰ ਨਹੀਂ, ਕੋਈ ਸ਼ਕਤੀ ਨਹੀਂ ਉਸ ਨੂੰ ਉਹਦੇ ਰਾਜ ਨੂੰ ਖੋਹ ਲਵੇ। ਫਿਰ ਆ ਜਿਹੜੇ ਨਾਸਤਕ ਲੋਕ ਕਹਿੰਦੇ ਆ ਨਾ, ਲਓ ਜੀ ਜਿਹੜੇ ਰੱਬ ਨੂੰ ਨਹੀਂ ਧਿਆਉਂਦੇ, ਉਹਨਾਂ ਕੋਲ ਕੋਠੀਆਂ ਵੀ ਨੇ, ਉਹਨਾਂ ਕੋਲ ਕਾਰਾਂ ਵੀ ਨੇ, ਉਹਨਾਂ ਕੋਲ ਸਾਡੇ ਨਾਲ ਵੱਧ ਪੈਸਾ ਵੀ ਆ, ਉਹਨਾਂ ਦੀ ਇੱਜ਼ਤ ਮਾਨ ਵੀ ਆ। ਜਿਹੜੇ ਨਾਸਤਕ ਲੋਕ ਨੇ, ਜਿਹੜੇ ਕਾਮਰੇਟ ਲੋਕ ਨੇ, ਉਹਨਾਂ ਦੀ ਉਦਾਹਰਨ ਢੱਡਰੀਆਂ ਵਾਲਾ ਦਿੰਦਾ ਹੈ। ਉਹ ਤਾਂ ਰੱਬ ਨੂੰ ਮੰਨਦੇ ਹੀ ਨਹੀਂ ਹੈ। ਅਸੀਂ ਕਹਿੰਦੇ ਹਾਂ ਵੀ ਰੱਬ ਨੂੰ ਮੰਨੀਏ, ਰੱਬ ਨੂੰ ਧਿਆਈਏ, ਕੋਈ ਸੁੱਖ ਮਿਲੇਗਾ, ਪਦਾਰਥ ਮਿਲਣਗੇ, ਤੇ ਉਹ ਤਾਂ ਮੰਨਦੇ ਹੀ ਨਹੀਂ। ਰੱਬ ਹੈ ਹੀ ਨਹੀਂ ਆ, ਰੱਬ ਤਾਂ ਹੈ ਹੀ ਨਹੀਂ ਹੈ। ਉਹ ਮੰਨਦੇ ਨਾ ਜਿਹੜੇ ਕਾਮਰੇਟ ਲੋਕ ਨੇ। ਫਿਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਇਹਨਾਂ ਗੱਲਾਂ ਦਾ ਸਾਨੂੰ ਜਿਹੜਾ ਜਵਾਬ ਹੈ ਗੁਰਬਾਣੀ 'ਚੋਂ ਮਿਲਣਾ ਹੈ। ਮੈਂ ਕੱਲ ਵੀ ਇੱਕ ਪੋਸਟ ਪਾਈ ਸੀ ਕਿ ਸੰਕਟ ਅਨੇਕ ਮੋਚਨ ਗਤ ਹੋਏ, ਅਨੇਕਾਂ ਬਿਪਤਾ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ ਜਦੋਂ ਕੋਈ ਬੰਦਾ ਸਿਆਣਿਆਂ ਬੰਦਿਆਂ ਕੋਲ ਬਹਿੰਦਾ ਹੈ। ਬਈਏ ਪੜ੍ਹਿਆਂ ਪਾਸ, ਜਦੋਂ ਪੜ੍ਹਿਆਂ ਪਾਸ ਕੋਈ ਬਹਿੰਦਾ ਹੈ ਨਾ,
ਤੇ ਬਜ਼ੁਰਗਾਂ ਦੇ ਕੋਲ ਜ਼ਿੰਦਗੀ ਦੇ ਤਜਰਬੇ ਹੁੰਦੇ ਨੇ, ਉਹ ਸਾਡੀਆਂ ਮੁਸ਼ਕਲਾਂ ਦਾ ਹੱਲ ਕੱਢ ਲੈਂਦੇ ਨੇ, ਜਵਾਨਾਂ ਦੀ ਮੁਸ਼ਕਲਾਂ ਦਾ। ਹੁਣ ਇਹ ਜਿਹੜੇ ਕਹਿੰਦੇ ਨੇ ਕਿ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੇ ਕੋਲ ਧਨ ਪਦਾਰਥ ਵੀ ਆ, ਬੜਾ ਕੁਝ ਵੀ ਆ, ਉਹ ਮੰਨਦੇ ਨਹੀਂ ਰੱਬ ਨੂੰ। ਉਹਦਾ ਫਿਰ ਜਵਾਬ ਗੁਰੂ ਨਾਨਕ ਸਾਹਿਬ ਜੀ ਦਿੰਦੇ ਨੇ ਕਿ ਮਾਇਆ को ईश्वर त्याइए, संपे को ईश्वर त्याइए। कोई बंदा गरीब होवे ते ਉਹ ਮਾਲਾ ਫੜ ਕੇ ਰੱਬ ਰੱਬ ਜਪਣ ਲੱਗ ਪਏ, ਆਖੇ ਮੇਰੀ ਗਰੀਬੀ ਕੱਟੀ ਜਾਊਗੀ, ਮੈਨੂੰ ਪੈਸਾ ਮਿਲ ਜਾਏਗਾ। ਤੇ ਬਾਣੀ ਇਸ ਤਰ੍ਹਾਂ ਮੰਨਦੀ ਵੀ ਨਹੀਂ, ਤੇ ਬਾਣੀ ਇਸ ਤਰ੍ਹਾਂ ਮੰਨਦੀ ਵੀ ਆ। ਫਿਰ ਮੈਂ ਕਹਿ ਦਿਆਂ ਬਾਣੀ ਮੰਨਦੀ ਵੀ ਆ ਤੇ ਬਾਣੀ ਨਹੀਂ ਵੀ ਮੰਨਦੀ। ਬਾਣੀ ਕਹਿੰਦੀ ਤੇਰੀ ਗਰੀਬੀ ਨਹੀਂ ਕੱਟੀ ਜਾਣੀ, ਤੂੰ ਰੱਬ ਰੱਬ ਜਪ ਕੇ ਵੇਖ ਲੈ, ਗਰੀਬੀ ਨਹੀਂ ਕਿ ਤੇਰੀ ਕੱਟੀ ਜਾਣੀ। ਇੱਕ ਪਾਸੇ ਬਾਣੀ ਕਹਿੰਦੀ ਤੂੰ ਰੱਬ ਰੱਬ ਜਪ, ਤੇਰਾ ਸਾਰੀ ਗਰੀਬੀ ਕੱਟੀ ਜਾਊਗੀ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਤੂੰ ਲੋਭੀ ਬਣ ਜਾ ਰੱਬ ਦੇ, ਲੋਭ ਨੂੰ ਧਾਰਨ ਕਰਕੇ ਕਿ ਮੈਂ ਰੱਬ ਨੂੰ ਧਿਆਉਣ ਲੱਗਾ ਤੇ ਰੱਬ ਨੇ ਮੈਨੂੰ ਬੜਾ ਕੁਝ ਦੇਣਾ ਹੈ। ਆਪਣੇ ਲੋਭ ਕੋ ਕੀਨੋ ਮੀਤ, ਤੂੰ ਇਹ ਮਨ ਵਿੱਚ ਧਾਰਨ ਕਰਕੇ ਮਾਲਾ ਫੜ ਲੈ, ਸਿਮਰਨ ਕਰੀ ਜਾ, ਗੁਰੂ ਗੁਰੂ ਜਪੀ ਜਾ, ਵੀ ਗੁਰੂ ਨੇ ਮੈਨੂੰ ਬੜਾ ਕੁਝ ਦੇਣਾ ਹੈ। ਤੇ ਹੋ ਸਕਦਾ ਤੇਰੀ ਭਾਵਨਾ ਨੂੰ ਫਲ ਲੱਗ ਵੀ ਜਾਵੇ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਪਦਾਰਥ, ਤੈਨੂੰ ਸਭ ਕੁਝ ਮਿਲ ਜਾਣਾ ਹੈ। ਕੱਲਾ ਪਦਾਰਥ ਨਹੀਂ ਤੈਨੂੰ ਮਿਲਣਾ, ਸਿਮਰਨ ਕਰਦਿਆਂ ਹੋਇਆ ਤੈਨੂੰ ਮੁਕਤੀ ਵੀ ਮਿਲ ਜਾਣੀ ਹੈ। ਸਗਲ ਪਦਾਰਥ ਮੁਕਤ ਪਦ ਦੀਨ। ਤੇ ਦੂਸਰੇ ਪਾਸੇ ਬਾਣੀ ਕਹਿੰਦੀ ਤੂੰ ਰੱਬ ਰੱਬ ਜਪੀ ਜਾ, ਤੈਨੂੰ ਕੱਖ ਨਹੀਂ ਮਿਲਣਾ, ਤੇਰੀ ਗਰੀਬੀ ਨਹੀਂ ਕੱਟੀ ਜਾਣੀ। ਇੱਕ ਪਾਸੇ ਬਾਣੀ ਕਹਿੰਦੀ ਗਰੀਬੀ ਕੱਟੀ ਜਾਊਗੀ, ਤੇਰਾ ਦਲਿੱਦਰ ਮੁੱਕ ਜਾਏਗਾ, ਤੇਰੇ ਦੁੱਖ ਮਿਟ ਜਾਣਗੇ। ਇੱਕ ਪਾਸੇ ਬਾਣੀ ਕਹਿੰਦੀ ਲੇਖ ਨਾ ਮਿਟਈ ਹੇ ਸਖੀ, ਤੇਰਾ ਲੇਖ ਨਹੀਂ ਮਿਟਣਾ, ਤੇਰਾ ਕਲੰਕ ਨਹੀਂ ਲੱਥਣਾ। ਇੱਕ ਪਾਸੇ ਬਾਣੀ ਕਹਿੰਦੀ ਹੈ ਕਿ ਕੌਣ ਕੋ ਕਲੰਕ ਕਰਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪੈ ਰਾਮ ਕਹਿਤ ਹੀ। ਬਾਣੀ ਕਹਿੰਦੀ ਹੈ ਸੰਪੇ ਕੋ ਈਸ਼ਰ ਧਿਆਈਐ। ਐ ਬੰਦਿਆ ਤੂੰ ਗਰੀਬ ਹੈ ਤੇ ਤੂੰ ਰੱਬ ਨੂੰ ਧਿਆ। ਤੇ ਮਨ ਵਿੱਚ ਇਹ ਧਾਰਨਾ ਲਾ ਲੈ ਕਿ ਮੇਰੀ ਗਰੀਬੀ ਕੱਟੀ ਜਾਊਗੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਰੀਬੀ ਕੱਟੀ ਨਹੀਂ ਜਾਣੀ। ਇੱਕ ਪਾਸੇ ਕਹਿੰਦੇ ਕੱਟੀ ਜਾਣੀ ਆ। ਇਹ ਬੜੇ ਇਹਨਾਂ ਗੱਲਾਂ 'ਚ ਬੜਾ ਰਾਜ ਛਿਪਿਆ ਹੁੰਦਾ ਹੈ ਮਹਾਂਪੁਰਖਾਂ ਦੇ ਬਚਨਾਂ ਦੇ ਅੰਦਰ। ਸੰਪੇ ਕੋ ਈਸ਼ਰ ਧਿਆਈਏ, ਸੰਪੇ ਵਾਸਤੇ, ਪੈਸਿਆਂ ਵਾਸਤੇ ਤੂੰ ਰੱਬ ਨੂੰ ਧਿਆ ਬੰਦਿਆ, ਪਰ ਪੈਸਾ ਤੈਨੂੰ ਮਿਲਣਾ ਨਹੀਂ ਹੈ। ਸੰਪੇ ਪੁਰਬ ਲਿਖੇ ਕੀ ਪਾਈਐ। ਤੂੰ ਰੱਬ ਨੂੰ ਨਾ ਵੀ ਧਿਆ, ਤੂੰ ਰੱਬ ਨੂੰ ਨਾ ਵੀ ਮੰਨ, ਕੁਛ ਗੱਲ ਨਹੀਂ ਹੈ, ਫੇਰ ਵੀ ਤੈਨੂੰ ਪੈਸਾ ਮਿਲ ਜਾਣਾ। ਤੇ ਜੇ ਤੂੰ ਰੱਬ ਨੂੰ ਧਿਆਉਣ ਲੱਗ ਪਿਆ ਤਾਂ ਵੀ ਤੈਨੂੰ ਪੈਸਾ ਨਹੀਂ ਮਿਲਣਾ। ਕਿਉਂ? ਤੇਰੇ ਭਾਗਾਂ 'ਚ ਨਹੀਂ ਲਿਖਿਆ। ਉਹ ਜਿਹੜੇ ਕਹਿੰਦੇ ਆ ਨਾ ਕਿ ਨਾਸਤਾਂ ਦੇ ਜਿਹੜੇ ਨਾਸਤਕ ਲੋਕ ਨੇ ਰੱਬ ਨੂੰ ਨਹੀਂ ਮੰਨਦੇ, ਉਹਨਾਂ ਕੋਲ ਪੈਸਾ ਬੜਾ ਹੁੰਦਾ ਹੈ, ਉਹਨਾਂ ਕੋਲ ਕੋਠੀਆਂ ਕਾਰਾਂ ਸੁੱਖ ਸਹੂਲਤਾਂ ਪਦਵੀਆਂ ਅਹੁਦਿਆਂ ਇੱਜ਼ਤ ਮਾਨ ਸਭ ਕੁਝ ਹੁੰਦਾ ਹੈ। ਉਹ ਕਿਉਂ ਹੁੰਦਾ ਹੈ? ਉਹ ਲਿਖਿਆ ਉਹਨਾਂ ਦੇ ਭਾਗਾਂ 'ਚ, ਲਿਖਣ ਵਾਲੇ ਨੇ ਲਿਖਿਆ ਹੈ। ਸਭਨਾ ਸਿਰ ਲਿਖਦਾ ਲੇਖ ਵਿਣ ਕਲਮ ਮਸਵਾਣੀਏ। ਸਭਨਾ ਲਿਖਿਆ ਗੁੜੀ ਕਲਾਮ। ਤੁਸੀਂ ਧਿਆਓ ਰੱਬ ਨੂੰ, ਨਾ ਧਿਆਓ, ਮੰਨੋ ਰੱਬ ਨੂੰ, ਨਾ ਮੰਨੋ ਰੱਬ ਨੂੰ, ਇਹ ਵੱਖਰਾ ਵਿਸ਼ਾ ਹੈ। ਪਰ ਪਿਛਲੇ ਜਨਮਾਂ ਦੀ ਜਿਹੜੀ ਕਮਾਈ ਤੁਹਾਡੀ, ਉਹਦੇ ਮੁਤਾਬਕ ਤੁਹਾਡੇ ਮਸਤਕ ਦੇ ਉੱਤੇ ਲਿਖਿਆ ਗਿਆ, ਉਹ ਨਹੀਂ ਮਿਟਣਾ। ਹਾਂ, ਕੋਈ ਗੁਰੂ ਪੀਰ ਰਹਿਮਤ ਕਰ ਦੇਗਾ ਤੇ ਮਾਤਾ ਸਲੱਖਣੀ ਵਾਂਗੂ ਮਿਟਾ ਦੂਗਾ, ਵੈਸੇ ਨਹੀਂ ਮਿਟਦਾ। ਬੰਦੇ ਦੇ ਮਿਟਾਇਆ ਨਹੀਂ ਉਹ ਮਿਟਦਾ। ਇਸ ਕਰਕੇ ਮਾਰਗ ਦੇ
ਸੰਪੇ ਕੋ ਈਸਰ ਧਿਆਈਏ, ਸੰਪੇ ਪੁਰਬ ਲਿਖੇ ਕੀ ਪਾਈਏ, ਪੁਰਬ ਲਿਖੇ ਕੀ ਪਾਈਏ। ਉਹਨਾਂ ਕੋ ਪੈਸਾ ਹੈ, ਨਾਸਤਕਾਂ ਕੋ, ਜਿਹੜੇ ਰੱਬ ਨੂੰ ਨਹੀਂ ਮੰਨਦੇ, ਉਹਨਾਂ ਦੇ ਪਿਛਲੇ ਭਾਗ ਨੇ ਕੋਈ। ਉਹ ਲਿਖਦਾ ਕੋਈ ਕਿ ਮਸਤਕ ਭਾਗ ਰਾਜ ਕੋ ਲਿਖ ਦੀਏ ਬਦਾਤੇ, ਜਿਹਦੇ ਮੱਥੇ ਦੇ ਉੱਤੇ ਰੱਬ ਨੇ ਇਹ ਲਿਖ ਦਿੱਤਾ ਵੀ ਇਹ ਰਾਜਾ ਬਣੂਗਾ। ਮੈਂ ਫੇਰ ਕਹਿ ਦਿਆਂ, ਵੋਟਾਂ ਨਾਲ ਕੋਈ ਰਾਜੇ ਨਹੀਂ ਬਣਦੇ। ਜੇ ਵੋਟਾਂ ਨਾਲ ਰਾਜੇ ਬਣਦੇ ਤੇ ਆਪਾਂ ਵੋਟਾਂ 'ਚ ਖਲੋ ਜਾਈਏ। ਸਾਡੇ ਭਾਗਾਂ 'ਚ ਰਾਜ ਨਹੀਂ ਲਿਖਿਆ, ਉਹਨਾਂ ਦੇ ਭਾਗਾਂ ਵਿੱਚ ਰਾਜ ਲਿਖਿਆ ਤੇ ਉਹਨਾਂ ਹੀ ਕਰਨਾ ਹੈ। ਇਹ ਪੁਰਬ ਜਨਮ ਦੀਆਂ ਕਮਾਈਆਂ ਹੁੰਦੀਆਂ ਨੇ। ਦਾਨੰ ਪਰਾਪੂਰ ਬੀਨ, ਜਿਨ੍ਹਾਂ ਨੇ ਦਾਨ ਦਿੱਤਾ ਹੈ ਉਹਨਾਂ ਨੇ ਰਾਜ ਕਰਨਾ ਹੈ। ਤੇ ਜਿਨ੍ਹਾਂ ਨੇ ਤਪ ਕੀਤਾ ਹੈ ਉਹਨਾਂ ਨੇ ਰੱਬ ਦੇ ਰਾਜ ਨੂੰ ਪ੍ਰਾਪਤ ਕਰਨਾ ਹੈ। ਉਹਨਾਂ ਨੂੰ ਮੁਕਤੀ ਮਿਲਣੀ ਜਿਨ੍ਹਾਂ ਨੇ ਤਪ ਸਾਧਨਾ ਕੀਤੀ ਹੈ, ਤੇ ਜਿਨ੍ਹਾਂ ਨੇ ਦਾਨ ਕੀਤਾ ਹੈ ਉਹਨਾਂ ਨੂੰ ਰਾਜ ਮਿਲਣਾ ਹੈ। ਬਸ ਆਹ ਗੱਲ ਹੈ। ਜਿਹੜੇ ਤਪੀਸਰ ਹੁੰਦੇ ਨੇ, ਨਾਮੇ ਨਰੈਣ ਨਹੀਂ ਭੇਦ, ਤਪ ਕਰਨ ਵਾਲੇ, ਸਿਮਰਨ ਕਰਨ ਵਾਲੇ ਰੱਬ ਵਿੱਚ ਲੀਨ ਹੋ ਜਾਂਦੇ ਨੇ, ਤੇ ਰੱਬ ਦੇ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਮੈਂ ਕੱਲ ਵੀ ਕਹਿ ਰਿਹਾ ਸੀ ਕਿ ਦੁਨੀਆ ਤੇ ਦੋ ਸੁਭਾਅ ਨਹੀਂ ਰਲਦੇ। ਹਰ ਬੰਦੇ ਦਾ, ਹਰ ਇਸਤਰੀ ਦਾ ਆਪਣਾ ਸੁਭਾਅ ਹੈ। ਹਾਲਾਂਕਿ ਪਸ਼ੂਆਂ ਦਾ ਵੀ ਆਪਣਾ ਸੁਭਾਅ ਹੈ। ਪਸ਼ੂਆਂ ਦਾ ਸੁਭਾਅ ਵੀ ਇੱਕ ਦੂਸਰੇ ਨਾਲ ਨਹੀਂ ਮਿਲਦਾ, ਤੇ ਬੰਦਿਆਂ ਦਾ ਸੁਭਾਅ ਵੀ ਇੱਕ ਦੂਸਰੇ ਨਾਲ ਨਹੀਂ ਮਿਲਦਾ। ਜੇ ਮਿਲਦਾ ਹੈ ਤੇ ਸੰਤ ਦਾ ਤੇ ਰੱਬ ਦਾ ਸੁਭਾਅ ਇੱਕ ਜੈਸਾ ਹੈ। ਸੰਤ ਗੋਬਿੰਦ ਕੇ ਏਕੇ ਕਾਮ, ਸੰਤ ਦਾ ਸੁਭਾਅ ਰੱਬ ਦਾ ਸੁਭਾਅ ਹੈ। ਜੇ ਕਿਸੇ ਨੇ ਰੱਬ ਦੇ ਸੁਭਾਅ ਨੂੰ ਵੇਖਣਾ ਹੋਵੇ ਨਾ, ਕਿ ਰੱਬ ਦਾ ਸੁਭਾਅ ਕਿੱਦਾਂ ਦਾ ਹੈ, ਤੇ ਸੰਤ ਦੇ ਸੁਭਾਅ ਤੋਂ ਤੁਹਾਨੂੰ ਪਤਾ ਲੱਗੂਗਾ। ਬਾਣੀ ਕਹਿੰਦੇ ਤੂੰ ਰੱਬ ਦਾ ਦਰਸ਼ਨ ਕਰਨਾ ਤੇ ਸੰਤ ਕਿਸੇ ਮਹਾਂਪੁਰਖ ਦਾ ਦਰਸ਼ਨ ਕਰ ਲਾ, ਉਹ ਰੱਬ ਦਾ ਦਰਸ਼ਨ ਹੈ। ਮਿੱਠ ਬੋਲੜਾ ਜੀ, ਜੇ ਰੱਬ ਨਹੀਂ ਕੌੜਾ ਬੋਲਦਾ ਤੇ ਸੰਤ ਵੀ ਕੋਈ ਕੌੜਾ ਨਹੀਂ ਬੋਲਦਾ। ਇਹ ਵੱਖਰੀ ਗੱਲ ਹੈ ਕਿ ਹੁਣ ਜਿਹੜੇ ਆਪਣੇ ਆਪ ਨੂੰ ਸੰਤ ਅਖਾਉਂਦੇ ਨੇ, ਬਾਬੇ ਅਖਾਉਂਦੇ ਨੇ, ਇਹ ਸੰਤ ਬਾਬੇ ਨਹੀਂ, ਇਹ ਬਦਮਾਸ਼ ਨਹੀਂ। ਮੈਂ ਕਹਿੰਦਾ ਹੁੰਦਾ ਹੈ, ਬੱਬੇ ਅੱਖਰ ਨਾਲ ਬਣਦਾ ਬਾਬਾ, ਤੇ ਬੱਬੇ ਅੱਖਰ ਨਾਲ ਬਣਦਾ ਬਦਮਾਸ਼। ਇਹ ਬਦਮਾਸ਼ ਨੇ। ਖੈਰ, ਉਹ ਕਹਿੰਦਾ ਮਸਤਕ ਭਾਗ ਰਾਜ ਕੋ ਲਿਖ ਦਿਓ ਬਦਾਤੇ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਲਿਖ ਦਿੱਤਾ ਹੈ ਉਹ ਹੋਣੀ, ਹੋ ਕੇ ਰਹਿਣੀ ਆ, ਉਹ ਮਿਟਦਾ ਨਹੀਂ ਹੈ। ਮੇਰੇ ਭਾਗਾਂ ਵਿੱਚ ਕੰਗਾਲਤਾ, ਗਰੀਬੀ ਲਿਖੀ ਆ, ਉਹ ਮਿਲਣੀ ਹੈ। ਜੇ ਮੇਰੇ ਭਾਗਾਂ ਵਿੱਚ ਰਾਜ ਲਿਖਿਆ ਹੈ ਤੇ ਰਾਜ ਮੈਨੂੰ ਮਿਲਣਾ ਹੀ ਮਿਲਣਾ ਹੈ। ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ। ਨਾਸਤਕ ਲੋਕ, ਇੱਥੋਂ ਬੰਦਾ ਨਾਸਤਕ ਹੋ ਜਾਂਦਾ, ਉਹ ਆਪਣੇ ਪੂਰਬਲੇ ਕਰਮਾਂ ਨੂੰ ਨਹੀਂ ਮੰਨਦਾ। ਜੇ ਮੈਨੂੰ ਸੁੱਖ ਆਰਾਮ ਮਿਲਿਆ ਤੇ ਇਹ ਮੇਰੇ ਪੂਰਬ ਜਨਮ ਦੀ ਕਮਾਈ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੇ ਅਵਰਜਨਾ, ਮੈਂ ਦੁਖੀ ਹਾਂ ਕਰਮਾਂ ਕਰਕੇ ਦੁਖੀ ਹਾਂ, ਮੈਂ ਸੁਖੀ ਹਾਂ ਮੈਂ ਕਰਮਾਂ ਕਰਕੇ ਸੁਖੀ ਹਾਂ। ਮਸਤਕ ਭਾਗ ਰਾਜ ਕੋ ਲਿਖ ਦਿਓ ਬਦਾਤੇ, ਇਸ ਅਸ ਰਾਜੇ ਦੀ ਕਹਾਣੀ ਜਿਹੜੀ ਬਾਣੀ ਨੇ ਅੰਕਿਤ ਕੀਤੀ ਹੈ। ਰਾਜੇ ਸਾਰੰਗ, ਰਾਜੇ ਦਾ ਨਾਂ ਸੀ ਸਾਰੰਗ। ਇਹ ਜਿਹੜਾ ਨਾ ਅਸ ਰਾਜੇ ਕੀ ਟੁੰਡੇ, ਅਸ ਰਾਜੇ ਕੀ ਧੁਨੀ, ਇਹਦਾ ਨਾਂ ਸੀ ਰਾਜਾ ਅਸ, ਤੇ ਟੁੰਡਾ ਇਸ ਕਰਕੇ ਸੀ ਇਹਦੇ ਹੱਥ ਵੱਢੇ ਗਏ। ਇਹਦੇ ਪਿਤਾ ਦਾ ਨਾਂ ਸੀ ਰਾਜਾ ਸਾਰੰਗ। ਇਸ ਰਾਜੇ ਦੀਆਂ ਰਾਣੀਆਂ ਹੋਰ ਵੀ ਸਨ, ਤੇ ਇਹ ਜਿਹੜਾ ਰਾਜਾ ਅਸ ਸੀ ਨਾ, ਇਹਦੇ ਉੱਤੇ ਇੱਕ ਰਾਣੀ ਨੇ ਦੋਸ਼ ਲਾ ਦਿੱਤਾ ਵੀ ਜਿਹੜਾ ਤੇਰਾ ਦੂਜੀ ਰਾਣੀ ਦਾ ਪੁੱਤਰ ਆ, ਉਹ ਮੇਰੇ ਤੇ ਮੈਲੀ ਨਿਗਾਹ ਰੱਖਦਾ, ਮੇਰੇ ਤੇ।
ਹਾਲਾਂਕਿ ਉਹਨੇ ਰੱਖੀ ਨਹੀਂ ਸੀ। ਇਹ ਰਾਜੇ ਧਰਮੀ ਰਾਜੇ ਹੁੰਦੇ ਸਨ। ਅੱਜ ਵਰਗੇ ਰਾਜੇ ਨਹੀਂ ਸਨ ਕਿ ਲੁੱਟ ਕੇ ਕੈਨੇਡਾ ਨੂੰ ਪੈਸਾ ਭੇਜੀ ਜਾਂਦੇ ਨੇ। ਕੱਲ ਹੀ ਕੋਈ ਕਹਿ ਰਿਹਾ ਸੀ ਵੀ ਇਸ ਇਲਾਕੇ ਦਾ ਜਿਹੜਾ ਰਾਜਾ ਹੈ ਉਹਦਾ ਮੁੰਡਾ ਕੈਨੇਡਾ ਰਹਿੰਦਾ, ਉਹਨੇ 250 ਟਰਾਲਾ ਕੈਨੇਡਾ ਬਣਾ ਲਿਆ ਜਾ ਕੇ। ਇਹਨਾਂ ਬੇਈਮਾਨਾਂ ਨੇ ਦੇਸ਼ ਨੂੰ ਲੁੱਟ ਕੇ ਪੈਸਾ ਇਕੱਠਾ ਕਰਕੇ ਤੇ ਆਪਣੀ ਜਾਇਦਾਦਾਂ ਹੀ ਬਣਾਈ ਜਾਂਦੇ ਨੇ। ਪਿੰਡ ਨੂੰ 2 ਕਰੋੜ ਦੇ ਦਿੰਦੇ ਨੇ, 50 ਲੱਖ ਵਿੱਚੋਂ ਆਪਣਾ ਰੱਖ ਲੈਂਦੇ ਨੇ। ਇਹ ਜਿਹੜੇ 2-2 ਕਰੋੜ ਪਿੰਡਾਂ ਨੂੰ ਆਏ ਆ ਨਾ, ਉਹਨਾਂ 'ਚ 50-50 ਲੱਖ ਤੇ ਮੰਤਰੀ ਦਾ ਹੀ ਹੈ। ਚੇਅਰਮੈਨ ਦਾ ਵੱਖਰਾ ਤੇ ਸੈਕਟਰੀ ਦਾ ਵੱਖਰਾ ਤੇ ਸਰਪੰਚ ਦਾ ਵੱਖਰਾ ਤੇ ਮੈਂਬਰ ਦਾ ਵੱਖਰਾ। ਥੱਲੇ ਜਾ ਕੇ 10,000 50,000 ਹੀ ਲੱਗਣਾ 2 ਕਰੋੜ 1.5 ਕਰੋੜ ਇਹਨਾਂ ਖਾ ਜਾਣਾ। ਇਹ ਕੋਈ ਵਿਕਾਸ ਨਹੀਂ ਹੈ। ਵਿਕਾਸ ਸੀ ਤੁਸੀਂ ਬੱਚਿਆਂ ਵਾਸਤੇ ਰੁਜ਼ਗਾਰ ਪੈਦਾ ਕਰ ਦਿਓ। ਗਲੀਆਂ ਉੱਚੀਆਂ ਕਰਤੀਆਂ, ਗਲੀਆਂ ਨੀਵੀਆਂ ਕਰਤੀਆਂ, ਟਾਈਲਾਂ ਲਾ ਦਿੱਤੀਆਂ। ਇਹ ਕੋਈ ਵਿਕਾਸ ਥੋੜ੍ਹਾ ਹੈ। ਨੌਜਵਾਨ ਬੱਚਾ ਤੇ ਟੋਟਲ ਬੇਰੁਜ਼ਗਾਰ ਹੋ ਗਿਆ ਤੇ ਬੇਰੁਜ਼ਗਾਰ ਬੱਚਾ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਤੇ ਤੁਸੀਂ ਇਸ ਗਲੀਆਂ ਨਾਲਿਆਂ ਦੇ ਟੈਲਾਂ ਲਾਉਣ ਨੂੰ ਤੁਸੀਂ ਇਸ ਆਪਣੇ ਦੇਸ਼ ਦਾ ਵਿਕਾਸ ਪਏ ਮੰਨਦੇ ਹੋ। ਮੈਂ ਤਾਂ ਕੱਲ ਵੀ ਕਿਹਾ ਸੀ, ਅੰਗਰੇਜ਼ਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਇੱਕ ਫੈਕਟਰੀ ਲਾਈ ਹੈ, ਧਾਰੀਵਾਲ ਮਿੱਲ ਲਾਈ। ਧਾਰੀਵਾਲ ਅੰਗਰੇਜ਼ਾਂ ਨੇ ਅੱਜ ਤੋਂ 100 ਸਾਲ ਪਹਿਲਾਂ, ਤੇ ਅੱਜ ਤੱਕ ਲੱਖਾਂ ਲੋਕਾਂ ਨੂੰ ਉੱਥੋਂ ਰੁਜ਼ਗਾਰ ਮਿਲਿਆ ਹੈ। ਇਹਨਾਂ ਬੇਈਮਾਨਾਂ ਨੇ ਪਿਛਲੇ 70 ਸਾਲਾਂ ਵਿੱਚ ਇੱਕ ਵੀ ਕੋਈ ਰੁਜ਼ਗਾਰ ਇਸ ਜ਼ਿਲ੍ਹੇ ਅੰਦਰ ਪੈਦਾ ਨਹੀਂ ਕੀਤਾ। ਇਹ ਬੇਈਮਾਨ, ਇਹ ਰਾਜੇ ਥੋੜਾ ਹੈ। ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਉਹ ਹੋਇਆ ਕਿ ਮਸਤਕ ਭਾਗ ਰਾਜ ਕੋ ਲਿਖ ਦਿਓ ਬਦਾਤੇ, ਅਸत्य ਨੀਤੀ ਚਾਲ ਚੱਲੀ। ਇੱਕ ਰਾਣੀ ਨੇ ਰਾਜੇ ਦੇ ਇੱਕ ਰਾਣੀ ਨੇ ਚਾਲ ਚੱਲੀ, ਦੋਸ਼ ਰਾਣੀ ਲਾਇਓ ਪਟੰਤੇ। ਇਹ ਬਾਣੀ ਚ ਆਉਂਦਾ ਅਸ ਰਾਜਾ। ਉਹ ਛੋਟੇ ਬੱਚੇ ਉੱਤੇ ਰਾਣੀ ਨੇ ਦੋਸ਼ ਲਾਤਾ ਕਿ ਮੇਰੀ ਇੱਜ਼ਤ ਨੂੰ ਹੱਥ ਪਾਇਆ ਇਸਨੇ। ਤੇ ਰਾਜੇ ਨੂੰ ਆਇਆ ਗੁੱਸਾ ਤੇ ਉਹਨੇ ਆਪਣੇ ਪੁੱਤਰ ਅਸ ਰਾਜੇ ਦੇ ਹੱਥ ਕੱਟ ਦਿੱਤੇ। ਕਰ ਕਾਟ ਕੂਪ ਮੇ ਡਾਰਿਓ। ਕਿਸੇ ਨੇ ਲਿਖਿਆ ਕਰ ਕਾਟ, ਕਰ ਕਹਿੰਦੇ ਨੇ ਹੱਥਾਂ ਨੂੰ, ਕੂਪ ਮੇ ਡਾਰਿਓ। ਉਹਨੇ ਰਾਜੇ ਨੇ ਆਪਣੇ ਪੁੱਤਰ ਦੇ ਹੱਥ ਕੱਟ ਦਿੱਤੇ ਤੇ ਆਖਿਆ ਕਿ ਮੇਰੇ ਰਾਜ ਤੋਂ ਬਾਹਰ ਕੋਈ ਖੂਹ 'ਚ ਸੁੱਟ ਕੇ ਆਓ, ਇਹਨੂੰ ਮਰ ਜੇ ਉੱਥੇ ਜਾ ਕੇ। ਕਰ ਕਾਟ ਕੂਪ ਮੇ ਡਾਰਿਓ ਤੋ ਭਾਗ ਨਾ ਗਿਰੰਤੇ। ਹੱਥ ਕੱਟੇ ਗਏ ਪਰ ਭਾਗ ਨਹੀਂ ਕੱਟੇ ਗਏ। ਰੱਬ ਨੇ ਉਹਦੇ ਮਸਤਕ ਉੱਤੇ ਲਿਖਿਆ ਸੀ ਵੀ ਇਹਨੇ ਵੱਡਾ ਹੋ ਕੇ ਰਾਜਾ ਬਣਨਾ ਹੈ। ਮਸਤਕ ਭਾਗ ਰਾਜ ਕੋ ਲਿਖ ਦਿਓ ਬਦਾਤੇ, ਇਹ ਲੇਖ ਨਾ ਮਿਟੇ ਹੇ ਸਖੀ। ਤੋ ਭਾਗ ਨਾ ਗਰੰਤੇ। ਉਸ ਬੱਚੇ ਦੇ ਹੱਥ ਕੱਟੇ ਗਏ। ਹੱਥ ਕੱਟਣ ਨਾਲ ਭਾਗ ਨਹੀਂ ਕੱਟੇ ਜਾਂਦੇ। ਉਹਨੂੰ ਖੂਹ 'ਚ ਸੁੱਟਿਆ ਗਿਆ। ਖੂਹ 'ਚ ਸੁੱਟਣ ਨਾਲ ਉਹਦੇ ਭਾਗ ਨਹੀਂ ਖੂਹ 'ਚ ਡਿੱਗੇ। ਕਹਿੰਦੇ ਨਾ, ਦੁਖੀ ਬੰਦਾ ਕਹਿੰਦਾ ਮੇਰੀ ਤੇ ਨਸੀਬ, ਮੇਰੇ ਤੇ ਭਾਗ ਹੀ ਖੂਹ 'ਚ ਡਿੱਗ ਪਏ। ਭਾਗ ਨਹੀਂ ਖੂਹ 'ਚ ਡਿੱਗਦੇ, ਭਾਗ ਨਾਲ ਹੀ ਰਹਿੰਦੇ ਨੇ। ਜੇ ਬੰਦਾ ਖੂਹ 'ਚ ਡਿੱਗ ਜੇ, ਭਾਗ ਨਾਲ ਹੀ ਰਹਿੰਦੇ ਨੇ, ਭਾਗ ਨਹੀਂ ਡਿੱਗਦੇ। ਬੰਦਾ ਡਿੱਗ ਸਕਦਾ ਖੂਹ 'ਚ, ਬੰਦਾ ਕੋਈ ਚੀਜ਼ ਖੋ ਸਕਦਾ ਹੈ, ਬੰਦਾ ਕਿਸੇ ਨੂੰ ਕਿਤੇ ਸੁੱਟ ਸਕਦਾ ਹੈ, ਪਰ ਬੰਦੇ ਦੇ ਭਾਗ ਨਾਲ ਹੀ ਰਹਿੰਦੇ ਨੇ। ਕਰ ਕਾਟ ਕੂਪ ਮੇ ਡਾਰਿਓ। ਉਸ ਅਸਰਾਜੇ ਨੂੰ ਖੂਹ 'ਚ ਸਿੱਟ ਦਿੱਤਾ, ਹੱਥ ਕੱਢ ਦਿੱਤੇ, ਪਰ ਭਾਗ ਨਾ ਗਿਰਨ ਤੇ। ਉਹਦੇ ਭਾਗ ਥੋੜਾ ਡਿੱਗੇ ਸਨ, ਭਾਗ ਨਹੀਂ ਡਿੱਗੇ। ਮਿਲਿਓ ਰਾਜ ਤਿਸ ਅਸ ਕੋ ਸੋਭਾ ਵਿੱਚ ਜਗਨ ਤੇ। ਕਹਿੰਦੇ ਇਸ ਰਾਜੇ ਨੇ ਆਪਣੇ ਪੁੱਤਰ ਦੇ ਹੱਥ ਕੱਟ ਕੇ ਖੂਹ 'ਚ ਸੁੱਟ ਦਿੱਤਾ ਤੇ ਸੋਚਿਆ ਵੀ ਖੂਹ 'ਚ ਮਰ ਗਿਆ ਹੋਊਗਾ, ਪਰ ਰੱਖਣ ਵਾਲਾ ਬੜਾ ਡਾਢਾ ਹੈ। ਜਿਸ ਕਾ ਸਾਹਿਬ ਡਾਢਾ ਹੋਵੇ ਤੇ ਇਸ ਨੂੰ ਮਾਰ ਨਾ ਸਕੇ ਕੋਈ। ਜੇ ਸਾਹਿਬ ਵੱਲ ਹੋ ਗਿਆ ਤੇ ਦੁਨੀਆ ਦੀ ਕੋਈ ਪਾਵਰ ਨਹੀਂ। ਲੱਖ ਬਾਏ ਕਿਆ ਕਰਨ ਤੇ।
ਜਾਮ ਹੋਏ ਜਾਂ ਤੂੰ ਹੋਏ ਵੱਲ ਤਾਂ ਲੱਖਾਂ ਬਾਹਾਂ ਵਾਲੇ ਵੀ ਚੜ ਕੇ ਆ ਜਾਣ ਤਾਂ ਕੀ ਕਰੋਗਾ। ਕਹਿੰਦੇ ਉੱਥੇ ਕੋਈ ਖੂਹ ਦੇ ਉੱਤੇ ਕੋਈ ਬੱਕਰੀਆਂ ਚਾਰਨ ਵਾਲਾ ਆਇਆ ਤੇ ਉਹਨੇ ਖੂਹ 'ਚ ਵੇਖਿਆ ਕੋਈ ਬੱਚਾ ਡਿੱਗਾ ਹੈ। ਇਹ ਬਾਣੀ ਵਿੱਚ ਸਾਖੀ ਆ, ਜੇ ਨਾ ਹੁੰਦੀ ਤੇ ਮੈਂ ਸਾਖੀਆਂ ਸੁਣਾਉਂਦਾ ਨਹੀਂ ਹੈ। ਪਰ ਲਿਖੇ ਸ਼ਲੋਕ ਮਹੱਲਾ ਪਹਿਲਾ, ਲਿਖੇ ਸ਼ਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ। ਇਹ ਅਸ ਰਾਜਾ ਕੌਣ ਸੀ, ਇਹ ਟੁੰਡਾ ਕਿਉਂ ਹੋਇਆ ਤੇ ਕਿਉਂ ਉਸ ਦੀ ਧੁਨੀ ਉੱਤੇ ਆਸਾ ਦੀ ਵਾਰ ਗਾਉਣੀ। ਹੁਣ ਸਾਨੂੰ ਪਤਾ ਹੀ ਨਹੀਂ ਆਸਾ ਦੀ ਵਾਰ ਦੀ ਧੁਨ ਕਿਹੜੀ ਆ, ਟੁੰਡੇ ਅਸ ਰਾਜੇ ਦੀ ਧੁਨ ਕਿਹੜੀ ਆ। ਸਾਨੂੰ ਤੇ ਪਤਾ ਚੋਲੇ ਦਾ ਮੇਲਾ ਆ ਗਿਆ ਤੇ ਗਰਾਈਆਂ ਸ਼ੁਰੂ ਹੋ ਗਈਆਂ ਨੇ। ਬਸ ਚੋਲੇ ਦਾ ਮੇਲਾ, ਅਸੀਂ ਤੇ ਮੇਲਿਆਂ 'ਚ ਉਲਝੇ ਪਏ ਹਾਂ ਤੇ ਸਾਨੂੰ ਇਹ ਬਾਣੀ ਵਿੱਚ ਜੋ ਗੱਲਾਂ ਲਿਖੀਆਂ ਨੇ ਇਹ ਕਿੱਥੋਂ ਪਤਾ ਕਰਨਾ ਸੀ। ਮੈਂ ਤਾਂ ਅੱਗੇ ਵੀ ਕਹਿੰਦਾ ਉਹ ਚੋਲੇ ਦਾ ਕੋਈ ਮੇਲਾ ਨਹੀਂ ਜੇ ਹੁੰਦਾ। ਲੋਕੋ ਕੁਝ ਅਕਲ ਵਰਤੋ, ਇਹ ਚੋਲੇ ਦਾ ਮੇਲਾ ਹੈ, ਉਸ ਝੋਲੇ ਦਾ ਵੀ ਕੋਈ ਮੇਲਾ ਹੁੰਦਾ। ਰੱਬ ਖੈਰ ਕਰੇ। ਉਹ ਅਜਾੜੀ ਨੇ ਵੇਖਿਆ ਕੋਈ ਬੱਚਾ ਖੂਹ 'ਚ ਡਿੱਗਾ ਹੈ, ਉਹਨੂੰ ਕੱਢ ਲਿਆ ਅਜਾੜੀ ਨੇ ਤੇ ਉਸ ਸਮੇਂ ਉਹਨੇ ਬਾਹਰ ਕੱਢ ਕੇ ਆਪਣੇ ਘਰ ਖੜਿਆ ਤੇ ਉਹਨੇ ਆਖਿਆ ਮੈਂ ਇਹਨੂੰ ਕੀ ਕਰਨਾ, ਇਹਦੇ ਹੱਥ ਕੱਟੇ ਨੇ। ਉਹਨੇ ਬਾਜ਼ਾਰ ਵਿੱਚ ਉਸ ਨੂੰ ਵੇਚ ਦਿੱਤਾ। ਉਦੋਂ ਮੰਡੀਆਂ ਲੱਗਦੀਆਂ ਹੁੰਦੀਆਂ ਸਨ। ਗੁਰੂ ਨਾਨਕ ਸਾਹਿਬ ਆਪ ਖੁਦ ਮੰਡੀ ਵਿੱਚ ਵਿਕੇ ਨੇ। ਇਹ ਯੂਪੀ ਦਾ ਇੱਕ ਸ਼ਹਿਰ ਹੈ ਨਾਨਕਪੁਰੀ ਟਾਂਡਾ, ਉੱਥੇ ਗੁਰੂ ਨਾਨਕ ਸਾਹਿਬ ਮੰਡੀ 'ਚ ਜਾ ਕੇ ਵਿਕ ਗਏ। ਪਠਾਣਾ ਨੇ ਵੇਚ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਤੇ ਗੁਰੂ ਨਾਨਕ ਸਾਹਿਬ ਦੀ ਕੀਮਤ 2 ਘੋੜੇ ਪਏ। ਪੈਸਾ ਤਾਂ ਉਦੋਂ ਬੰਦਿਆਂ ਕੋਲ ਹੁੰਦਾ ਨਹੀਂ ਸੀ। ਬੱਕਰੀਆਂ ਦੇ ਕੇ ਭੇਡਾਂ ਲੈ ਲਓ, ਭੇਡਾਂ 10-20 ਦੇ ਕੇ ਤੇ ਊਠ ਖਰੀਦ ਲਓ, 5-7 ਊਠ ਦੇ ਕੇ ਤੇ ਇੱਕ ਹਾਥੀ ਖਰੀਦ ਲਓ। ਪੈਸਾ ਤਾਂ ਹੁੰਦਾ ਨਹੀਂ ਸੀ। ਇਹ ਵੱਟਾ ਸੱਟਾ ਹੁੰਦਾ ਸੀ। ਕਣਕ ਦੇ ਕੇ ਖੰਡ ਲੈ ਆਓ, ਹਾਂਜੀ, ਸਬਜ਼ੀਆਂ ਦੇ ਕੇ ਕੋਈ ਹੋਰ ਚੀਜ਼ ਲੈ ਆਓ। ਪੈਸਾ ਤਾਂ ਹੁੰਦਾ ਹੀ ਨਹੀਂ ਸੀ ਉਦੋਂ, ਵੱਟੇ ਸੱਟੇ ਹੁੰਦੇ ਸੀ। ਤੇ ਗੁਰੂ ਨਾਨਕ ਸਾਹਿਬ ਨੂੰ ਫੜ ਕੇ ਅਗਲਿਆਂ ਨੇ ਮੰਡੀ ਵਿੱਚ ਵੇਚ ਦਿੱਤਾ ਤੇ ਮੁੱਲ ਪਿਆ 2 ਘੋੜੇ। ਲੰਮੀ ਕਹਾਣੀ। ਮੈਂ ਉਸੇ ਅਸਰਾਜ ਦੀ ਕਹਾਣੀ ਸੁਣਾ ਰਿਹਾ। ਕਹਿੰਦੇ ਰਾਣੀ ਨੇ ਦੋਸ਼ ਲਾ ਦਿੱਤਾ, ਜਿਹੜਾ ਦੂਸਰੀ ਰਾਣੀ ਦਾ ਪੁੱਤਰ ਆ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਸਨੇ। ਹਾਲਾਂਕਿ ਪਾਇਆ ਨਹੀਂ ਸੀ ਉਸਨੇ, ਧਰਮੀ ਸੀ ਬੰਦਾ। ਉਹਦੇ ਹੱਥ ਕੱਟੇ ਗਏ। ਹੱਥ ਕੱਟ ਕੇ ਰਾਜੇ ਸਾਰੰਗ ਵੱਲੋਂ ਉਹਨੂੰ ਖੂਹ 'ਚ ਸੁੱਟ ਦਿੱਤਾ ਗਿਆ। ਖੂਹ ਵਿੱਚੋਂ ਕਿਸੇ ਬੱਕਰੀਆਂ ਚਾਰਨ ਵਾਲੇ ਉਜਾਲੀ ਨੇ ਉਸ ਨੂੰ ਕੱਢਿਆ ਖੂਹ 'ਚੋਂ ਕੱਢ ਕੇ ਘਰ ਲੈ ਗਿਆ। ਬੱਚਾ ਸੀ। ਉਹਨੇ ਸੋਚਿਆ ਮੈਂ ਕੀ ਕਰਨਾ, ਇਹਦੇ ਹਾਥੀ ਹੈ ਨਹੀਂ ਹੈ। ਉਹਨੇ ਬਾਜ਼ਾਰ ਖੜਿਆ ਤੇ ਮੰਡੀ ਲੱਗਦੀ ਸੀ ਬੰਦਿਆਂ ਨੂੰ ਵੇਚਣ ਦੀ। ਉੱਥੇ ਗਰੀਬਾਂ ਨੂੰ ਵੇਚਿਆ ਜਾਂਦਾ ਸੀ। ਜਿੱਦਾਂ ਭੇਡਾਂ ਬੱਕਰੀਆਂ ਨਹੀਂ ਵਿਕਦੀਆਂ, ਇਹ ਪੁਰਾਣੇ ਸਮੇਂ 'ਚ ਮੰਡੀਆਂ ਲੱਗਦੀਆਂ ਸੀ। ਇਹ ਵੱਡੇ ਵੱਡੇ ਲੋਕ ਜਿਹੜੇ ਸਿੱਖ ਸਨ, ਰਾਜੇ ਸਨ, ਉਹ ਗਰੀਬਾਂ ਨੂੰ ਵੇਚਦੇ ਸਨ। ਇਹ ਬਾਬੇ ਨਾਨਕ ਨੇ ਇੱਥੇ ਫਿਰ ਰੋਕ ਲਾਈ ਹੈ। ਇਸ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜਨੀ ਸ਼ਹਿਰ ਵਾ, ਉੱਥੇ ਜਾ ਕੇ ਵਿਕਦੀਆਂ ਰਹੀਆਂ ਨੇ। ਰੂਪ ਦਾ ਮੁੱਲ ਪੈਂਦਾ ਰਿਹਾ ਹੈ। ਟਕੇ ਉੱਤੇ ਜਨਾਨੀਆਂ ਵਿਕਦੀਆਂ ਰਹੀਆਂ ਸਾਡੇ ਦੇਸ਼ ਦੀਆਂ। ਇਹ ਤੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਨਾਨਕ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਇਹ ਰਹਿਮਤਾਂ ਕਰਕੇ ਇਸ ਬੇਹਰਮਤੀ ਨੂੰ ਰੋਕਿਆ। ਅੱਜ ਕੋਈ ਦੇਸ਼ ਦੇ ਲੋਕ ਇਸ ਗੱਲ ਨੂੰ ਨਾ ਜਾਣਨ, ਨਾ ਸਮਝਣ, ਵੱਖਰੀ ਬਾਤ ਹੈ। ਉਹ ਜਿਹੜਾ ਭੇਡਾਂ ਚਾਰਨ ਵਾਲਾ ਉਜਾੜੀ ਸੀ, ਉਸ ਨੂੰ ਬਾਜ਼ਾਰ ਲੈ ਗਿਆ ਤੇ ਉਹਨੂੰ ਵੇਚ ਦਿੱਤਾ ਬੱਚੇ ਨੂੰ। ਉਸ ਬੱਚੇ ਨੂੰ ਕਿਸੇ ਘੁਮਿਆਰ ਨੇ ਖਰੀਦ ਲਿਆ ਵੀ ਚਲੋ ਮੈਂ ਭਾਂਡੇ ਵੇਚਣ ਦਾ ਕੰਮ ਕਰਦਾ, ਭਾਂਡੇ ਪੱਥਣ ਦਾ ਕੰਮ ਕਰਦਾ, ਮੇਰੇ ਚਲੋ ਕੰਮ ਆਊਗਾ। ਮੁੱਲ ਬੜਾ ਥੋੜਾ ਸੀ। ਉਹਨੇ ਥੋੜੇ ਮੁੱਲ ਤੇ ਘੁਮਿਆਰ ਨੇ ਉਹ ਬੱਚਾ ਖਰੀਦ ਲਿਆ। ਉਹਨੂੰ ਆਪਣੇ ਨਾਲ ਉਹਨੇ ਕੰਮ ਤੇ ਲਾ ਲਿਆ ਤੇ ਉਹਨੂੰ ਕਹਿਣਾ ਵੀ ਤੂੰ ਘੋੜੇ ਤੇ ਲੱਦ ਕੇ ਨਾ, ਖੱਚਰ ਤੇ ਲੱਦ ਕੇ ਭਾਂਡੇ ਸ਼ਹਿਰ ਖੜਨੇ ਨੇ ਤੇ ਮੰਡੀ ਵਿੱਚ ਵੇਚ ਕੇ ਤੇ ਖੱਚਰ ਨੂੰ ਫੇਰ ਇੱਥੇ ਲੈ ਆਉਣਾ। ਉਹ ਕਹਿੰਦੇ ਇਸ ਤਰ੍ਹਾਂ ਭਾਂਡੇ ਸ਼ਹਿਰ 'ਚ ਵੇਚਦਾ ਹੁੰਦਾ ਸੀ ਖੜ ਕੇ।
ਤੇ ਸ਼ਹਿਰ ਦਾ ਰਾਜਾ ਜਿਹੜਾ ਸੀ ਨੂੰ ਛੋਟੀਆਂ ਛੋਟੀਆਂ ਰਿਆਸਤਾਂ ਹੁੰਦੀਆਂ ਸੀ, ਉਹ ਮਰਨ ਕਿਨਾਰੇ ਪਿਆ, ਬੁੱਢਾ ਹੋ ਗਿਆ। ਇਹ ਗੁਰੂ ਨਾਨਕ ਸਾਹਿਬ ਨੇ ਸਾਖੀ ਜਿਹੜੀ ਲਿਖੀ ਹੈ, ਸੱਚੀ ਸਾਖੀ ਹੈ। ਉਹਦੀ ਔਲਾਦ ਨਹੀਂ ਸੀ ਰਾਜੇ ਦੀ। ਮੈਂ ਇਹੋ ਗੱਲ ਇਹਨਾਂ ਨਾ ਵੀ ਜਿਹੜੇ ਰਾਜੇ ਹੁੰਦੇ ਨੇ ਇਹਨਾਂ ਦੀਆਂ ਔਲਾਦਾਂ ਨਹੀਂ ਹੁੰਦੀਆਂ। ਕਾਰਨ ਰਾਜਿਆਂ ਦੇ ਕੋਲ ਧਨ ਦੌਲਤ ਬਹੁਤ ਹੁੰਦੀ ਆ, ਤੇ ਕਿਸੇ ਨੇ ਕੋਈ ਦਾਨ ਪੁੰਨ ਬਹੁਤ ਵੱਡਾ ਕੀਤਾ ਹੋਵੇ ਤੇ ਉਹ ਹੀ ਰਾਜੇ ਦੇ ਘਰ ਜੰਮਦਾ ਹੈ। ਇਹ ਫਲਾਨੇ ਮੁੱਖ ਮੰਤਰੀ ਨੇ ਆਪਣੇ ਮੁੰਡੇ ਨੂੰ ਮੁੱਖ ਮੰਤਰੀ ਬਣਾ ਦਿੱਤਾ, ਉਹ ਰਾਜਿਆਂ ਘਰ ਰਾਜੇ ਜੰਮਦੇ ਹੁੰਦੇ ਕਿ ਰਾਜਿਆਂ ਘਰ ਭਿਖਾਰੀਆਂ ਨੇ ਜੰਮਣਾ ਹੈ? ਰਾਜੇ ਦੇ ਪੁੱਤਰ ਨੇ ਰਾਜਾ ਹੀ ਬਣਨਾ ਹੈ। ਤੇ ਸੜਕਾਂ ਤੇ ਝੁੱਗੀਆਂ 'ਚ ਜੰਮਣ ਵਾਲਿਆਂ ਨੇ ਸੜਕਾਂ ਤੋਂ ਮੰਗ ਕੇ ਹੀ ਖਾਣਾ ਵਾ। ਇਹ ਵਿਧਾਤੇ ਦੀਆਂ ਲਿਖਤਾਂ ਨੇ। ਲੇਖ ਨਾ ਮਿੱਟੀ ਹੈ ਸਖੀ, ਕਿਸ ਤਰ੍ਹਾਂ ਕਰੋਗੇ ਤੁਸੀਂ? ਰਾਜੇ ਦੇ ਪੁੱਤਰ ਨੂੰ ਭਿਖਾਰੀ ਕਿਵੇਂ ਕਰ ਦੋਗੇ ਤੁਸੀਂ? ਰਾਜੇ ਦੇ ਪੁੱਤਰ ਨੇ ਤਾਂ ਰਾਜਾ ਹੀ ਬਣਨਾ ਹੈ। ਮੈਂ ਕਹਿ ਰਿਹਾ ਸੀ ਉਹ ਰਾਜਾ ਮਰਨ ਕਿਨਾਰੇ ਪਿਆ ਦੇਸ਼ ਸ਼ਹਿਰ ਦਾ, ਤੇ ਉਹਦੇ ਘਰ ਔਲਾਦ ਨਹੀਂ ਸੀ। ਤੇ ਕਿਉਂ ਨਹੀਂ ਰਾਜਿਆਂ ਘਰ ਔਲਾਦ ਹੁੰਦੀ? ਕਿਉਂਕਿ ਕਿਸੇ ਨੇ ਬਹੁਤ ਵੱਡਾ ਦਾਨ ਦਿੱਤਾ ਹੋਵੇ ਤੇ ਜੰਮਦਾ ਹੀ ਉਹ ਅਰਬਾਂਪਤੀ ਬਣ ਜਾਂਦਾ ਹੈ। ਇੰਨੀਆਂ ਸੁੱਖ ਸਹੂਲਤਾਂ ਰਾਜੇ ਦੇ ਘਰ ਵਿੱਚ ਹੁੰਦੀਆਂ ਨੇ, ਤੇ ਜਿਹਨੇ ਉਹਦੇ ਘਰ 'ਚ ਜੰਮਣਾ ਉਹਨੂੰ ਸਾਰੀਆਂ ਸੁੱਖ ਸਹੂਲਤਾਂ ਮਿਲਣੀਆਂ ਨੇ। ਤੇ ਉਹ ਤਾਂ ਹੀ ਕੋਈ ਜੰਮੂਗਾ ਜੇ ਕਿਸੇ ਨੇ ਦਾਨੰ ਪਰਾਪੂਰ ਭੀਨ ਪੁਚੰਤੇ ਮਹੀਪਤੇ ਕੋਈ ਦਾਨ ਦਿੱਤਾ ਹੋਊਗਾ ਤਾਂ। ਉਹਦੇ ਘਰ ਔਲਾਦ ਨਹੀਂ। ਉਹਨੇ ਸੋਚਿਆ ਵੀ ਹੁਣ ਮੈਂ ਆਪਣੇ ਥਾਂ ਤੇ ਕੋਈ ਰਾਜਾ ਥਾਪ ਦਿਆਂ। ਤੇ ਉਹਨੇ ਰਾਤ ਨੂੰ ਇੱਕ ਅਸੂਲ ਹੁੰਦਾ ਸੀ, ਸ਼ਹਿਰ ਦੇ ਦਰਵਾਜ਼ੇ ਬੰਦ ਕੀਤੇ ਜਾਂਦੇ ਸਨ। ਫਿਰ ਜਿਹੜੇ ਪੁਰਾਣੇ ਸ਼ਹਿਰ ਹੁੰਦੇ ਸਨ, ਜਿੱਦਾਂ ਅੰਮ੍ਰਿਤਸਰ ਦੇ ਦਰਵਾਜ਼ੇ ਨੇ, ਹਾਲ ਗੇਟ ਹੈ, ਚਾਟੀਵਿੰਡ ਆ, ਸੁਲਤਾਨਵਿੰਡ ਆ, ਸ਼ੇਰਾਂ ਵਾਲਾ ਗੇਟ ਆ, ਹਕੀਮਾਂ ਵਾਲਾ ਗੇਟ ਆ। ਇਹ 6-7 ਦਰਵਾਜ਼ੇ ਅੰਮ੍ਰਿਤਸਰ ਦੇ ਸੀ। ਬਟਾਲੇ ਦੇ ਵੀ 4-5 ਸਨ। ਸ਼ੇਰਾਂ ਵਾਲਾ ਗੇਟ, ਨਹਿਰੂ ਗੇਟ। ਇਹ ਸ਼ਾਮਾਂ ਨੂੰ ਗੇਟ ਬੰਦ ਕੀਤੇ ਜਾਂਦੇ ਤਾਂ ਕਿਉਂਕਿ ਧਾੜਵੀ ਸ਼ਹਿਰ ਦੇ ਅੰਦਰ ਆਣ ਕੇ ਇੱਕ ਲੁੱਟ ਨਾ ਖੜੇ ਸਨ। ਉਹ ਰਾਜੇ ਨੇ ਆਖਿਆ ਵੀ ਅੱਜ ਦਰਵਾਜ਼ੇ ਬੰਦ ਕਰ ਦਿਓ, ਤੇ ਸਵੇਰੇ ਜਿਹੜਾ ਪਹਿਲਾਂ ਆਣ ਕੇ ਸ਼ਹਿਰ ਦਾ ਦਰਵਾਜ਼ਾ ਖਲਾਵੇ ਬਾਹਰੋਂ, ਉਹਨੂੰ ਰਾਜ ਤਿਲਕ ਦਿੱਤਾ ਜਾਊਗਾ। ਕਹਿੰਦੇ ਉਹ ਜਿਹੜਾ ਬੱਚਾ ਸੀ ਜਿਹਦੇ ਹੱਥ ਕੱਟੇ ਸੀ, ਭਾਂਡੇ ਵੇਚਦਾ ਸੀ, ਮਿੱਟੀ ਦੇ ਬਣਾਏ ਭਾਂਡੇ। ਘੁਮਿਆਰ ਨੇ ਉਸ ਨੂੰ ਰੱਖਿਆ ਸੀ ਆਪਣੇ ਕੋਲ। ਇਹਨੇ ਇਸ ਵਕਤੇ ਆ ਗਿਆ ਭਾਂਡੇ ਵੇਚਣ, ਤੇ ਪਹਿਲਾਂ ਆਣ ਕੇ ਸ਼ਹਿਰ ਦਾ ਦਰਵਾਜ਼ਾ ਖੜਕਾ ਦਿੱਤਾ। ਇਸ ਸਮੇਂ ਅੰਦਰ ਸੰਤਰੀ ਡਿਊਟੀ ਤੇ ਸੀ, ਤੇ ਰਾਜੇ ਨੇ ਹਦਾਇਤ ਕੀਤੀ ਸੀ ਵੀ ਜਿਹੜਾ ਪਹਿਲਾਂ ਦਰਵਾਜ਼ਾ ਆਣ ਕੇ ਖੜਕਾਵੇ ਉਹ ਮੇਰੇ ਕੋਲ ਲੈ ਕੇ ਆਉਣਾ। ਉਸ ਬੱਚੇ ਨੂੰ, ਉਸ ਅਸਰਾਜ ਨੂੰ, ਟੁੰਡੇ ਅਸਰਾਜੇ ਕੀ ਧੁਨੀ ਵਾਲੀ ਬਾਤ ਜਿਹੜੀ ਹੋ ਰਹੀ ਹੈ, ਰਾਜੇ ਦੇ ਪੇਸ਼ ਕੀਤਾ ਗਿਆ। ਤੇ ਉਹਨੂੰ ਤਖਤ ਉੱਤੇ ਬਿਠਾ ਕੇ ਤੇ ਰਾਜ ਤਿਲਕ ਲਾ ਦਿੱਤਾ ਉਸ ਟੁੰਡੇ ਰਾਜੇ ਨੂੰ। ਬੱਚਾ ਸੀ, ਹੱਥ ਨਹੀਂ ਸੀ। ਟੁੰਡੇ ਅਸਰਾਜੇ ਕੀ ਧੁਨੀ ਕਹਿੰਦੇ। ਉਸ ਨੂੰ ਰਾਜ ਤੇ ਬਿਠਾ ਦਿੱਤਾ ਗਿਆ, ਰਾਜਾ ਬਣ ਗਿਆ ਟੁੰਡਾ। ਲਾਗਲਾ ਰਾਜ ਜਿਹੜਾ ਸੀ ਉਹਦੇ ਪਿਤਾ ਦਾ ਸੀ, ਜਿਹਨੇ ਉਸ ਨੂੰ ਮਰਵਾ ਮਾਰ ਕੇ ਹੱਥ ਕੱਟ ਕੇ ਖੂਹ 'ਚ ਸੁੱਟਿਆ ਸੀ। ਕਹਿੰਦੇ ਉਹ ਚੜ੍ਹਾਈ ਕਰਕੇ ਆਇਆ ਇਸ ਰਾਜੇ ਦੇ ਉੱਤੇ, ਤੇ ਜਦੋਂ ਇਹਨੇ ਵੇਖਿਆ ਵੀ ਇਹ ਤੇ ਮੇਰਾ ਪਿਤਾ ਹੀ ਮੇਰੇ ਤੇ ਚੜ੍ਹਾਈ ਕਰਕੇ ਆ ਗਿਆ ਹੈ, ਉਹ ਆਪਣੇ ਪਿਤਾ ਦੀ ਚਰਨੀ ਢੱਠਾ ਕਿ ਮੈਂ ਆਪਣੇ ਪਿਤਾ ਦਾ ਨਾਲ ਨਹੀਂ ਲੜ ਸਕਦਾ। ਇਹ ਪੁਰਾਣੀਆਂ ਪਰੰਪਰਾਵਾਂ ਹੁੰਦੀਆਂ ਸੀ। ਅਸੂਲ ਹੁੰਦਾ ਸੀ ਕਿ ਬੱਚਾ ਆਪਣੇ ਬਾਪ ਉੱਤੇ ਹੱਥ ਨਹੀਂ ਚੁੱਕ ਸਕਦਾ। ਇਹ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ। ਉਹਨੇ ਆਖਿਆ ਮੈਂ ਆਪਣੇ ਬਾਪ ਨਾਲ ਨਹੀਂ ਲੜ ਸਕਦਾ। ਕਦੀ ਪੰਥ ਵਿੱਚ ਵੀ ਇਹ ਰਵਾਇਤ ਰਹੀ ਹੈ ਕਿ ਬਾਬਾ ਵੀਰ ਸਿੰਘ ਨੇ ਆਖਿਆ ਸੀ ਮੈਂ ਸਿੱਖਾਂ ਨਾਲ ਨਹੀਂ ਲੜ ਸਕਦਾ। ਸਿੱਖ ਤੇ ਸਾਰੇ ਹੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ, ਤੇ ਭਰਾ ਕਿਵੇਂ ਲੜ ਸਕਦਾ ਹੈ? ਜਦੋਂ ਬਾਬਾ ਵੀਰ ਸਿੰਘ ਤੇ ਸਿੱਖ ਫੌਜ ਚੜ੍ਹ ਕੇ ਆਈ, ਤੇ ਬਾਬਾ ਵੀਰ ਸਿੰਘ ਨੇ ਆਖਿਆ ਨਾ ਭਾਈ, 10ਵੇਂ ਪਾਤਸ਼ਾਹ ਦਾ ਹੁਕਮ ਹੈ, ਸਿੱਖ ਨੇ ਸਿੱਖ ਉੱਤੇ ਹੱਥ ਨਹੀਂ ਚੁੱਕਣਾ। ਆ 3 ਬੰਦੇ ਜਥੇ ਬਣਾ ਕੇ ਤੇ
ਸਿੱਖ ਕੌਮ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਨੇ। ਇਹ ਜੀ ਸਦ ਭਾਵਨਾ ਦਲ ਬਣਾ ਲਿਆ ਵਡਾਲੇ ਨੇ, ਔਰ ਦਾਦੂਵਾਲ ਵੱਖਰਾ ਤੁਰਿਆ ਫਿਰਦਾ। ਇਹ ਕੀ ਪੈ ਕਰਦੇ ਨੇ? ਇਹ ਕੌਮ ਨੂੰ ਤੀਲਾ ਤੀਲਾ ਕਰਕੇ ਇਹਨਾਂ ਨੇ ਰੱਖ ਦਿੱਤਾ। ਕੋਈ ਕੌਮ ਦਾ ਝੰਡਾ ਨਹੀਂ ਰਹਿਣਤਾ, ਕੋਈ ਏਜੰਡਾ ਨਹੀਂ ਰਹਿਣਤਾ ਇਹਨਾਂ ਬੇਸਮਝ ਲੋਕਾਂ ਨੇ। ਇਹ ਝਗੜਾ ਕੋਈ ਹੱਲ ਨਹੀਂ ਹੁੰਦਾ। ਇਹ ਦਲ ਦਲ ਬਣਾ ਕੇ ਸਦ ਭਾਵਨਾ ਦਲ ਤੇ ਫਲਾਨਾ ਦਲ ਤੇ ਦਾਦੂ ਦਲ ਤੇ ਫਾਦੂ ਦਲ, ਇਹ ਕੌਮ ਨੂੰ ਕਿਰਾਏ ਪਾਉਣ ਤੇ ਲੱਗੇ ਹੋਏ ਨੇ। ਕਹਿੰਦੇ ਉਸ ਰਾਜੇ ਨੇ, ਫਿਰ ਉਸ ਟੁੰਡੇ ਰਾਜੇ ਨੇ ਆਪਣੇ ਪਿਓ ਦੇ ਉੱਤੇ ਹੱਥ ਨਹੀਂ ਚੁੱਕਿਆ, ਪਿਓ ਨਾਲ ਲੜਿਆ ਨਹੀਂ, ਪਿਓ ਦੇ ਚਰਨੀ ਢੱਠਾ। ਤੇ ਉਸ ਪਿਓ ਨੇ ਵੀ ਆਪਣਾ ਰਾਜ ਉਸ ਪੁੱਤਰ ਨੂੰ ਦੇ ਦਿੱਤਾ ਹੈ। ਤੇ ਉਹਨੇ ਆਪਣੇ ਭਰਾਵਾਂ ਉੱਤੇ ਹੱਥ ਨਹੀਂ ਚੁੱਕਿਆ, ਭਰਾਵਾਂ ਨੂੰ ਵੀ ਆ ਭਰਾਵਾਂ ਦਾ ਹਿੱਸਾ ਦੇ ਦਿੱਤਾ। ਚੜ ਕੇ ਆਇਆ ਨੂੰ ਵੀ ਉਹਨਾਂ ਨੇ ਸ਼ਰਨ ਲਾਇਆ। ਤੇ ਜਦੋਂ ਇਸ ਤਰ੍ਹਾਂ ਦੇ ਫਿਰ ਕੋਈ ਚੰਗਾ ਕੰਮ ਕਰਦਾ, ਲੋਕੀ ਫਿਰ ਉਹਦੇ ਵਾਰਾਂ ਗਾਉਂਦੇ ਨੇ। ਪੁਰਾਣੇ ਸਮੇਂ 'ਚ ਜਿਹੜਾ ਕੋਈ ਸੂਰਮਾ ਹੁੰਦਾ ਸੀ ਨਾ, ਸੂਰਮੇ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ, ਜਾਂ ਫਿਰ ਹਰੀ ਚੰਦ ਵਰਗੇ ਦਾਨੀਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ। ਤੇ ਜਦੋਂ ਜਿਸ ਬੱਚੇ ਨੂੰ ਹੱਥ ਪੈਰ ਕੱਟ ਕੇ ਖੂਹ 'ਚ ਸੁੱਟਿਆ ਸੀ, ਉਹ ਸਮੇਂ ਨਾਲ ਰਾਜਾ ਬਣ ਗਿਆ। ਤੇ ਰਾਜ ਉਹਨੇ ਧਰਮ ਦਾ ਕਮਾਇਆ ਚਲਾਇਆ। ਤੇ ਫਿਰ ਸੂਰਮਿਆਂ ਨੇ ਉਹਦੀ ਵਾਰ ਬਣਾਈ। ਉਹਦੀ ਵਾਰ ਦਾ ਨਾਂ ਸੀ ਟੁੰਡੇ ਅਸ ਰਾਜੇ ਕੀ ਧੁਨੀ। ਸਾਰੇ ਉਹਦੇ ਸ਼ਹਿਰ ਦੇ ਵਿੱਚ ਉਹਦੀ ਧੁਨੀ ਵੱਜਦੀ ਸੀ, ਉਹਦੀ ਵਾਰ ਗਾਈ ਜਾਂਦੀ ਸੀ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ, ਜਿਹੜੀ ਮੈਂ ਆਸਾ ਦੀ ਵਾਰ ਲਿਖੀ ਹੈ, ਇਹ ਟੁੰਡੇ ਅਸ ਰਾਜੇ ਦੀ ਵਾਰ ਦੀ ਧੁਨੀ ਉੱਪਰ ਗਾਉਣੀ ਹੈ। ਪਰ ਅੱਜ ਕਿਸੇ ਨੂੰ ਪਤਾ ਨਹੀਂ ਉਹ ਵਾਰ ਕਿਹੜੀ ਆ, ਉਹ ਧੁਨੀ ਕਿਹੜੀ ਆ। ਹਾਂ ਪਤਾ ਮੇਲੇ ਦਾ, ਚੋਲੇ ਦਾ ਮੇਲਾ ਆ ਰਿਹਾ ਜੀ, ਕਿ ਉਹ ਮੇਲਾ ਮਨਾਉਣਾ ਜੀ ਚੋਲੇ ਦਾ ਸੀ। ਉਹ ਚੋਲੇ ਦਾ ਵੀ ਕੋਈ ਮੇਲਾ ਹੁੰਦਾ? ਮੈਂ ਤਾਂ ਬਾਰ-ਬਾਰ ਕਹਿੰਦੇ, ਸੰਗਰਾਂਦ ਵਾ ਜੀ, ਉਹ ਸਿੱਖਾਂ ਨੇ ਸੰਗਰਾਂਦ ਦਾ ਸਿਆਪਾ ਵੀ ਗਲ ਪਾਇਆ ਹੋਇਆ ਵਾ। ਤੇ ਇਹ ਜਿਹੜਾ ਬਾਣੀ ਏਡਾ ਵੱਡਾ ਕੀਮਤੀ ਖਜ਼ਾਨਾ ਹੈ, ਇਹਨੂੰ ਕੌਣ ਫਰੋਲੇਗਾ? ਇਹ ਤੇ ਕੌਣ ਵਿਚਾਰ ਕਰੇਗਾ? ਖੰਡ ਪਾਠ ਰਖਾਤੇ ਜੀ, ਲੜੀ ਚਲਾਤੀ ਜੀ। ਲੋ ਕਦੀ ਸੁਣਿਆ ਜਦੋਂ ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਹੋਵੇ ਤੇ ਹਿੰਦੂ ਕਦੀ ਸੁਣਿਆ ਪਾਠ ਕਰਦੇ ਜੀ ਗੀਤਾ ਦਾ? ਨਹੀਂ, ਉਹ ਕਥਾ ਕਰਦੇ ਨੇ 7 ਦਿਨ ਦੀ। ਜਿਹੜੇ ਉਹਨਾਂ ਦੇ ਵੱਡੇ ਵੱਡੇ ਸਥਾਨ ਵਾ ਨਾ, ਜਿੰਦਾ ਬਿੰਦਰਾਬਨ ਵਾ, ਹਰਿਦੁਆਰ ਵਾ, ਉਹਨਾਂ ਸਥਾਨਾਂ ਤੇ ਫਿਰ 7 ਦਿਨ ਲਗਾਤਾਰ ਕਥਾ ਕਰਦੇ ਨੇ ਗੀਤਾ ਦੀ, ਭਾਗਵਤ ਗੀਤਾ ਦੀ। ਕਦੀ ਸੁਣਿਆ ਕਿ ਈਸਾ ਦੀ ਦਾ ਜਨਮ ਹੋਏ ਤੇ ਈਸਾਈ ਪਾਠ ਕਰਦੇ ਹੋਣ ਗਿਰਦੇ? ਨਾ, ਉਹ ਵਿਚਾਰ ਕਰਦੇ ਨੇ, ਪਾਠ ਨਹੀਂ ਕਰਦੇ। ਕਦੀ ਸੁਣਿਆ ਈਦ ਹੋਵੇ, ਬਕਰੀਦ ਹੋਵੇ ਤੇ ਮੁਸਲਮਾਨ ਕੁਰਾਨ ਪੜ੍ਹਦੇ ਹੋਣ? ਨਹੀਂ, ਉਹ ਨਮਾਜ਼ ਪੜ੍ਹਦੇ ਨੇ ਤੇ ਕਥਾ ਕਰਦੇ ਨੇ। ਤੇ ਸਾਡਾ ਗੁਰਪੁਰਬ ਹੋਵੇ ਗੁਰਦੁਆਰੇ, ਇਹ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ, ਖੰਡ ਪਾਠ ਰਖਾ ਦਿਓ। ਲਾ ਵੀ ਗੁਰਪੁਰਬ ਤੇ ਖੰਡ ਪਾਠ ਰਖਾਉਣ ਦੀ ਕੀ ਲੋੜ ਪੈ ਗਈ ਤੁਹਾਨੂੰ ਸਿੱਖੋ? ਇਹ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਵਾ, ਇਹ ਖੰਡ ਪਾਠ ਰਖਾਉਣਾ ਗੁਰਦੁਆਰੇ? ਉਹ ਖੰਡ ਪਾਠ ਨਾ ਰਖਾਓ, ਆਪ ਬਹੁ ਗੁਰਦੁਆਰੇ 7 ਦਿਨ ਲਗਾਤਾਰ। ਹਿੰਦੂ ਬਹਿੰਦੇ ਨੇ ਜਨਮ ਅਸ਼ਟਮੀ ਤੇ 7 ਦਿਨ ਕਥਾ ਕਰਦੇ ਨੇ ਲਗਾਤਾਰ। ਤੇ ਖੰਡ ਪਾਠ ਗੁਰਦੁਆਰੇ ਰਖਾ ਕੇ ਤੇ ਆਪ ਬਾਹਰ ਲੰਗਰ 'ਚ ਪਕੌੜੇ ਖਾਈ ਜਾਂਦੇ 2 ਦਿਨ। ਤੇ ਕੀ ਕਰਨ ਦੇ ਨੇ? ਅਸੀਂ ਗੁਰਪੁਰਬ ਮਨਾਉਂਦੇ ਬਾਬਾ ਜੀ ਦਾ। ਤੇ ਮੁੜ ਕੇ ਪੁੱਛ ਲੈ ਵੀ ਆ ਬਾਣੀ ਦਾ ਕੀ ਅਰਥ ਵਾ? ਤੇ ਕਹਿੰਦੇ ਉਹ ਨਹੀਂ ਸਾਨੂੰ ਪਤਾ ਹੈਗਾ। ਏਡਾ ਵੱਡਾ ਕੀਮਤੀ ਖਜ਼ਾਨਾ ਗੁਰੂ ਨਾਨਕ ਸਾਹਿਬ ਨੇ ਆਪਣੀ ਕਲਮ ਨਾਲ ਲਿਖ ਕੇ ਦਿੱਤਾ ਹੋਵੇ ਤੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ। ਸਿੱਖੋ, ਬਾਣੀ ਦੀ ਵਿਚਾਰ ਕਰੋ, ਇਹ ਖੰਡ ਪਾਠ ਨਾ ਰਖਾਓ। ਗੁਰਪੁਰਬ ਦੇ ਖੰਡ ਪਾਠ ਰਖਾ ਕੇ ਬਹਿ ਜਾਂਦੇ ਨੇ ਪਿੰਡ ਪਿੰਡ ਤੋਂ। ਉਹ ਗ੍ਰੰਥੀਆਂ ਨੂੰ ਮੁਸੀਬਤ ਪਈ ਜਾਂਦੀ, ਕੋਈ ਪਾਠੀ ਨਹੀਂ ਲੱਭਦਾ ਗੁਰਪੁਰਬ ਤੇ। ਜੇ 3 ਦਿਨ ਪਾਠੀ ਪਾਠ ਪੜ੍ਹਦਾ ਰਹਿੰਦਾ ਤਾਂ ਗੁਰਦੁਆਰੇ ਕੋਈ ਵੜਦਾ ਹੀ ਨਹੀਂ ਅੰਦਰ। ਬਾਹਰ ਹੀ ਪਕੌੜੇ ਤੇ ਬਾਹਰ ਹੀ ਜਲੇਬ ਤੇ ਬਾਹਰ ਹੀ ਆਨੰਦ। ਨਾ,
ਰੱਬ ਖੈਰ ਕਰੇ। ਲਿਖੇ ਟੁੰਡੇ ਅਸ ਰਾਜੇ ਕੀ ਧੁਨੀ, ਅਸ ਰਾਜ ਕੀ ਧੁਨੀ। ਮੈਂ ਕਹਿ ਰਿਹਾ ਸੀ ਕਿ ਇਹਦੇ ਭਾਗਾਂ 'ਚ ਰਾਜ ਮਿਲਿਆ ਸੀ। ਪਿਤਾ ਨੇ ਹੱਥ ਕਟਾ ਕੇ ਖੂਹ ਸੁੱਟ ਦਿੱਤਾ, ਮਾਰ ਦਿੱਤਾ, ਪਰ ਫਿਰ ਵੀ ਉਹ ਜਿੰਦਾ ਰਿਹਾ, ਵੱਡਾ ਹੋ ਕੇ ਰਾਜਾ ਬਣਿਆ। ਤੇ ਫਿਰ ਮੈਂ ਕਹਿ ਦਿਆਂ ਰਾਜ ਉਹਨਾਂ ਨੂੰ ਮਿਲਣਾ ਹੈ ਜਿਨ੍ਹਾਂ ਦੇ ਭਾਗਾਂ ਉੱਤੇ ਮਸਤਕ ਉੱਤੇ ਲਿਖਿਆ ਰੱਬ ਨੇ। ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਜਿਹਨੂੰ ਲਿਖ ਦਿੱਤਾ ਰੱਬ ਨੇ ਕਿ ਇਹ ਰਾਜਾ ਬਣੂਗਾ, ਉਹੀ ਬਣੂਗਾ। ਤੇ ਜਿਸ ਨੂੰ ਆਪ ਖਵਾਏ ਕਰਤੇ ਖੁਸ਼ ਲੈ ਚੰਗਿਆਈ। ਤੇ ਜਿਹਨੇ ਖੁਆਰ ਹੋਣਾ ਉਹਨੇ ਖੁਆਰ ਹੀ ਹੋਣਾ, ਜਿਹਨੇ ਰਾਜਾ ਬਣਨਾ ਉਹਨੇ ਰਾਜਾ ਹੀ ਬਣਨਾ ਹੈ। ਰੱਬ ਖੈਰ ਕਰੇ। ਇਹ ਦੋ ਰਾਜਿਆਂ ਦਾ ਜ਼ਿਕਰ ਬਾਣੀ ਨੇ ਕੀਤਾ ਹੈ। ਇੱਕ ਤੇ ਅਸ ਰਾਜੇ ਕੀ ਧੁਨੀ, ਤੇ ਦੂਸਰਾ ਜੋ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਲੂਕੀ ਕਰ ਜਾ ਰਹੀ। ਚੰਦਰਹਾਸ ਦੇ ਭਾਗਾਂ ਵਿੱਚ ਰਾਜ ਲਿਖ ਦਿੱਤਾ ਰੱਬ ਨੇ। ਮਾਰਨ ਵਾਲਿਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਮਾਰ ਦਈਏ, ਇਹਨੂੰ ਰਾਜ ਨਾ ਮਿਲੇ, ਰਾਜ ਮੈਨੂੰ ਮਿਲ ਜੇ, ਮੈਂ ਇਹਨੂੰ ਮਾਰ ਦੇਣਾ, ਰਾਜ ਮੈਨੂੰ ਮਿਲ ਜੇ। ਮੈਂ ਉਹਨੂੰ ਮਾਰਨ ਗਿਆ, ਉਹਨੇ ਮੈਨੂੰ ਮਾਰ ਛੱਡਿਆ, ਮਾਰਨ ਵਾਲੇ। ਤੇ ਜਿਹਦੇ ਭਾਗਾਂ 'ਚ ਰਾਜ ਸੀ, ਮਸਤਕ ਭਾਗ ਰਾਜ ਕੋ ਲਿਖ ਦਿਓ ਵਿਧਾਤੇ, ਉਹਨੂੰ ਮਿਲਣਾ ਹੈ ਭਾਈ। ਰੱਬ ਖੈਰ ਕਰੇ, ਰੱਬ ਰਹਿਮਤ ਕਰੇ ਸੱਚੇ ਪਾਤਸ਼ਾਹ। ਇਹ ਜਿਹੜਾ ਪਾਠ ਪੂਜਾ ਦਾਨ ਪੁੰਨ ਇਹ ਸਾਡੇ ਭਾਗ ਨੇ, ਇਹ ਸਾਡੇ ਕਰਮ ਬਣਾਉਂਦੇ ਨੇ। ਇਹਨਾਂ ਕਰਮਾਂ ਦੇ ਆਧਾਰ 'ਤੇ ਫਿਰ ਸਾਨੂੰ ਅਗਲਾ ਜਨਮ ਤੇ ਸਾਡੀ ਪਰਾਲਬਧ ਬਣਦੀ ਆ, ਉਹਦੇ ਮੁਤਾਬਿਕ ਸਾਨੂੰ ਚੱਲਣਾ ਪੈਂਦਾ ਭਾਈ। ਤੇ ਜੋ ਅਸੀਂ ਕਰਮ ਕਰਦੇ ਹਾਂ, ਕਾਇਆ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾਈ ਅੰਤ ਹਾਰੇ। ਕਰਮਾਂ ਨੇ ਸਾਨੂੰ ਮਾਰਨਾ ਹੈ, ਕਰਮਾਂ ਨੇ ਸਾਨੂੰ ਤਾਰਨਾ ਹੈ। ਰੱਬ ਰਹਿਮਤ ਕਰੇ ਸੱਚੇ ਪਾਤਸ਼ਾਹ। ਇਹ ਸੀ ਟੁੰਡੇ ਅਸ ਰਾਜੇ ਕੀ ਧੁਨੀ। ਆਉਣ ਵਾਲੀਆਂ ਜਿਹੜੀਆਂ 8 ਧੁਨੀਆਂ ਹੋਰ ਨੇ ਬਾਣੀ ਵਿੱਚ, ਕਮਾਲ ਦੀ ਮੌਜਤ ਕੀ ਧੁਨੀ, ਹਸਨੇ ਮਹਿਮੇ ਕੀ ਧੁਨੀ, ਆਪਾਂ ਸਿੱਧੇ ਸੱਜੇ ਵਿਚਾਰ ਕਰਾਂਗੇ ਇਹਨਾਂ ਧੁਨੀਆਂ ਦੇ ਉੱਤੇ। ਸੱਚੇ ਪਾਤਸ਼ਾਹ ਕਿਰਪਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।